ਸ੍ਰੀਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 408272 2500। ਇਸ ਦੇ ਨਾਲ ਢੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਢੇਰਕੀਆਣਾ। ਕਾਲ 415 909 0503। ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਪਾਲ ਸਿੰਘ ਸੋਹਲ ਕਲੋਵਿਸ ਜੀ ਐਂਡ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟੀਨੈਲਾ ਮਡੇਲਾ 'ਚ ਲੋਕੇਸ਼ਨ ਨੇ ਅਤੇ ਇਸ ਮੌਕੇ ਇਹਨਾਂ ਦੀਆਂ ਲੋਕੇਸ਼ਨਸ 'ਤੇ ਕੰਮ ਕਰਨ ਵਾਲੇ ਬੰਦਿਆਂ ਨੂੰ ਹਾਇਰ ਕਰ ਰਹੇ ਹਨ। ਕਾਲ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜਾ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਬੜੇ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਅਟਵਾਲ 559 374 4541। ਜੈਂਡਰ ਮੌਰਗੇਜ ਅਤੇ ਰੀਅਲ ਅਸਟੇਟ ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559 905 2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698 ਦੇ ਉੱਤੇ। ਅਗਲੀ ਆਪਾਂ ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਕਰਨਾਲ ਦੇ ਘਿਰਾਓ ਦੇ ਵਿੱਚ ਕਿਸਾਨ ਆਗੂਆਂ ਅਤੇ ਪ੍ਰਸ਼ਾਸਨ ਦਰਮਿਆਨ ਗੱਲਬਾਤ, ਪਰ ਅਜੇ ਕੋਈ ਸਿੱਟਾ ਨਹੀਂ। ਹਾਂਜੀ, ਦੇਖੋ ਬੇਸਿੱਟਾ ਹੀ ਰਹੀ ਆ ਇਹ ਮੁਲਾਕਾਤ ਵੀ ਮੇਰੇ ਖਿਆਲ ਦੇ ਨਾਲ ਅੱਜ ਜਿਹੜੀ ਸੀਗੀ ਉਹ ਕਾਫੀ ਦੇਰ ਤੱਕ ਚੱਲੀ, ਜਿਹਦੇ ਵਿੱਚ ਕਾਫੀ ਵੱਡਾ ਕਿਸਾਨਾਂ ਦਾ ਜਿਹੜਾ ਵਫਦ ਸੀ ਗਿਆ। ਤਾਂ ਇਸ ਮੀਟਿੰਗ ਤੋਂ ਬਾਅਦ, ਇਸ ਮਿਲਣੀ ਤੋਂ ਬਾਅਦ ਨਤੀਜਾ ਉਹਨਾਂ ਨੇ ਆਖਿਆ ਕਿ ਸਿਫਰ ਹੈ, ਪਰੰਤੂ ਨਤੀਜਾ ਸਿਫਰ ਉਹ ਉਸੇ ਹੀ ਆਧਾਰ 'ਤੇ ਹੈ ਜਿਹਦਾ ਆਪਾਂ ਕੱਲ੍ਹ ਜ਼ਿਕਰ ਕੀਤਾ ਸੀਗਾ ਕਿ ਮਾਮਲਾ ਇਸੇ ਗੱਲ 'ਤੇ ਹੀ ਆ ਕੇ ਫਸ ਜਾਂਦਾ ਆ ਕਿ SDM ਨੂੰ ਬਰਖਾਸਤ ਕਰੋ, ਉਹਦੇ 'ਤੇ ਮਾਮਲਾ ਦਰਜ ਕਰੋ। ਤਾਂ ਉਹ ਆਪੋ ਆਪਣਾ ਉਹਨਾਂ ਦਾ ਨੇਤਾਵਾਂ ਦਾ ਤਰਕ ਹੈ ਜੀ, ਉਹਦੀ ਸ਼ਬਦਾਵਲੀ ਨਾਲ ਸਹਿਮਤ ਹਾਂ। ਇਸ ਤਰ੍ਹਾਂ ਕਿਸੇ ਵੀ SDM ਨੂੰ ਬਰਖਾਸਤ ਨਹੀਂ ਕੀਤਾ ਜਾ ਸਕਦਾ, ਨਾਮਜ਼ਦ ਨਹੀਂ ਕੀਤਾ ਜਾ ਸਕਦਾ। ਉਹਦੇ ਲਈ ਇੱਕ ਕਾਰਵਾਈ ਦੀ ਜ਼ਰੂਰਤ ਹੁੰਦੀ ਹੈ, ਕਾਰਵਾਈ ਅਸੀਂ ਕਰ ਰਹੇ ਹਾਂ। ਤੀਜਾ ਇੱਕ ਉਹਨਾਂ ਨੇ ਨਵਾਂ ਲਿਆਂਦਾ ਹੈ, ਉਹ ਤਰਕ ਇਹ ਆ ਕਿ ਵੇਖੋ ਜੀ, ਇਹ ਉਸ ਥਾਂ 'ਤੇ ਮੌਜੂਦ ਹੀ ਨਹੀਂ ਸੀਗਾ ਜਿਸ ਥਾਂ 'ਤੇ ਲਾਠੀ ਚਾਰਜ ਹੋਇਆ। ਇਹ ਤਾਂ ਦੂਰ ਦੀ ਵੀਡੀਓ, ਹਾਲਾਂਕਿ ਪਹਿਲਾ ਤਰਕ ਇਹ ਸੀਗਾ ਕਿ ਇਹ ਵੀਡੀਓ ਜਿਹੜੀ ਆ ਛੇੜਛਾੜ ਕਰਕੇ ਬਣਾਈ ਗਈ ਆ, ਤੋੜੀ ਮਰੋੜੀ ਗਈ ਹੈ। SDM ਨੇ ਦਾਅਵਾ ਵੀ ਕੀਤਾ ਸੀਗਾ। ਖੈਰ, ਤਾਂ ਕੁੱਲ ਮਿਲਾ ਕੇ ਜਿਸ ਤਰ੍ਹਾਂ ਦਾ SDM ਦਾ ਵਿਹਾਰ ਸੀਗਾ, ਜਿਸ ਤਰੀਕੇ ਨਾਲ ਉਹ ਬੋਲ ਰਿਹਾ ਸੀਗਾ, ਉਹ ਤਾਂ ਕਹਿ ਲਓ ਕਿ ਜਿਹੜੀਆਂ ਕਿਤਾਬਾਂ ਉਹ ਪੜ੍ਹਦਾ ਉਹ ਸਾਰੀਆਂ ਹੀ ਉਹਨੇ ਸਵਾਲਾਂ ਦੇ ਘੇਰੇ 'ਚ, ਜਿਵੇਂ ਕਿਸੇ ਨਾ ਸ਼ਾਇਰ ਨੇ ਲਿਖਿਆ ਸੀ, हम ऐसी कुल किताबें काबिल ज़ब्ती समझते हैं, हम ऐसी कुल किताबें काबिल ज़ब्ती समझते हैं कि जिनको पढ़ के लड़के बाप को खबती समझते हैं। काबिल ज़ब्ती के वो काबिल ज़ब्ती भी है, तो ज़ब्त कर लेनियां चाहिए वो किताबां जिन्हों पढ़ के लड़के ਜਿਹੜੇ ਬੇਟੇ ਹੈ ਜਿਹੜੇ ਉਹ ਆਪਦੇ ਪਿਓ ਨੂੰ ਪਾਗਲ ਸਮਝਦੇ, ਖਬਤੀ ਹੁੰਦਾ ਪਾਗਲ। ਸੋ ਕਹਿਣ ਦਾ ਭਾਵ ਇਹ ਆ ਕਿ ਉਹ ਤੇ ਸਾਰੀਆਂ ਕਿਤਾਬਾਂ 'ਤੇ ਸਵਾਲ ਸੀਗਾ, ਪਰੰਤੂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਅੜਫਸ ਜਿੱਦਾਂ ਹੁੰਦੀ ਆ ਹਮੇਸ਼ਾ ਆਪਾਂ ਵੇਖਿਆ ਵਾ ਕਿ ਇਹਨਾਂ ਬਿੱਲਾਂ ਦੇ ਮਾਮਲਿਆਂ ਦੇ ਵਿੱਚ ਵੀ ਇਹ ਜ਼ਰੂਰ ਆਪਾਂ ਵੇਖਿਆ ਕਿ ਮੁਲਾਕਾਤਾਂ ਦਾ ਦੌਰ ਚੱਲਿਆ, ਪਰ ਇਨ ਦੀ ਐਂਡ ਇਹ ਸਿੱਟਾ ਵੀ ਨਿਕਲਦਾ ਹੈ ਕਿ ਉਹਨਾਂ ਨੇ ਇੱਕ ਵਕਾਰ ਦਾ ਸਵਾਲ ਬਣਾ ਲਿਆ, ਇੱਕ ਛਵੀ ਦਾ ਸਵਾਲ ਬਣਾ ਲਿਆ, ਜਿਹਦੇ ਕਰਕੇ ਨਹੀਂ ਤਾਂ ਇਹ ਤਾਂ ਸਭ ਨੂੰ ਸਾਫ਼ ਹੋ ਗਿਆ ਜਿਹੜਾ ਨਿਊਟਰਲ ਪੁਆਇੰਟ ਆਫ ਵਿਊ ਰੱਖਦਾ, ਜਿਹਦੇ ਬੰਦੇ ਕੋਲ ਅੱਛਾ ਨਜ਼ਰੀਆ, ਉਹਨੂੰ ਪਤਾ ਕਿ ਇਹ ਕੀ ਗਲਤ ਆ ਕੀ ਸਹੀ ਆ। ਜਿਨ੍ਹਾਂ ਨੂੰ ਥੋੜ੍ਹਾ ਬਹੁਤਾ ਕਹਿ ਲਓ ਕਿ ਭੰਬਲ ਭੂਸਾ ਸੀ, ਉਹ ਸੇਬਾਂ ਵਾਲਿਆਂ ਨੇ ਕੱਢ ਦਿੱਤਾ, ਉਹ ਦਾਲਾਂ ਵਾਲਿਆਂ ਨੇ ਕੱਢ ਦਿੱਤਾ। ਇਸ ਕਰਕੇ ਇਹ ਤਾਂ ਸਾਫ਼ ਹੈ, ਸਪਸ਼ਟ ਹੈ ਕਿ ਲੜਾਈ ਜਿਹੜੀ ਆ ਉਹ ਇੱਕ ਪਛੜਿਆ ਵਰਗ ਬਹੁਤ ਵੱਡੀ ਜਮਾਤ ਨਾਲ ਲੜ ਰਿਹਾ, ਜਿਹੜੀ ਕਿ ਦੁਨੀਆ ਨੂੰ ਇਸ ਟਾਈਮ ਕਹਿ ਲਓ ਕਿ ਪੂਰੇ ਕਲਾਵੇ 'ਚ ਲਈ ਬੈਠੀ ਆ। ਪਰੰਤੂ ਫਿਰ ਉਹ ਇੱਕ ਅੜੀ ਫਸੀ ਵਾਲੀ ਗੱਲ ਆ ਕਿ ਜੇ ਹਿੰਦੂ ਹਿਰਦੇ ਸਮਰਾਟ ਨਰਿੰਦਰ ਦਮੋਦਰ ਦਾਸ ਮੋਦੀ ਹਿੱਲ ਜਾਂਦਾ ਫਿਰ ਪੱਲੇ ਕੱਖ ਨਹੀਂ ਰਹੂ। ਇਸੇ ਤਰ੍ਹਾਂ ਹੀ ਆ ਕਿ ਹਰਿਆਣੇ ਦੀ ਸਰਕਾਰ ਵੀ ਇਹੀ ਸੋਚ ਰਹੀ ਹੈ ਸ਼ਾਇਦ ਕਿ ਜੇ ਅਸੀਂ SDM 'ਤੇ ਪਰਚਾ ਦਿੰਦੇ ਹਾਂ ਤਾਂ ਮਾਮਲਾ ਜਿਹੜਾ ਸਿਆਸੀ ਨੁਕਸਾਨ ਤੱਕ ਵੀ ਪਹੁੰਚ ਜਾਏਗਾ। ਪਰ ਵੇਖੋ ਇੱਕ ਗੱਲ ਹੋਰ ਵੀ ਆ, ਜਿਵੇਂ ਮੈਂ ਕੱਲ੍ਹ ਵੀ ਕਿਹਾ ਸੀ ਅੱਜ ਵੀ ਕਹੂੰਗਾ ਕਿ ਜਿਸ ਤਰੀਕੇ ਨਾਲ
ਉੱਥੋਂ ਤੱਕ ਪਹੁੰਚਾਇਆ ਗਿਆ, ਮਿਨੀ ਸੈਕਟਰੀਏਟ ਤੱਕ, ਜਿੱਥੋਂ ਤੱਕ ਲਟਕਾਇਆ ਗਿਆ। ਕਿਉਂਕਿ ਦੇਖੋ ਮਾਮਲਾ 302 ਦਾ ਤੇ ਨਹੀਂ ਬਣਾਇਆ ਜਾ ਸਕਦਾ, ਆਪਾਂ ਨੂੰ ਵੀ ਪਤਾ ਛੇਤੀ ਜੀ ਕਿਤਾ ਸਰਕਾਰਾਂ ਨਹੀਂ ਬਣਾਉਂਦੀਆਂ, ਨਹੀਂ ਤੇ ਚੀਫ ਮਿਨਿਸਟਰ ਤੇ ਵੀ ਹੋ ਜਾਏਗਾ। ਪਰੰਤੂ ਇੱਕ ਰਸਤਾ ਕੱਢ ਸਕਦੀ ਹੁੰਦੀ ਹੈ ਸਰਕਾਰ ਕਿ ਵਕਤੀ ਤੌਰ ਤੇ ਬੰਦੇ ਨੂੰ ਘਰੇ ਭੇਜ ਦਿਓ ਜਦ ਤੱਕ ਇਨਕੁਆਇਰੀ ਚੱਲਦੀ ਹੈ ਕਿ ਭਾਈ ਤੂੰ ਨੌਕਰੀ ਤੇ ਨਹੀਂ ਰਹੇਗਾ, ਵਗੈਰਾ ਵਗੈਰਾ ਗੱਲਾਂ ਹੋ ਜਾਂਦੀਆਂ ਨੇ ਕਈ ਵਾਰ, ਕਿ ਜਾਂ ਮਹਿਕਮੇ ਵਾਲੀ ਕਾਰਵਾਈ ਦਾ ਐਕਸ਼ਨ ਜਿਹੜਾ ਤੁਰੰਤ ਕਰਕੇ ਇੱਕ ਰਸਤਾ ਕੱਢਣ ਦਾ ਯਤਨ ਕੀਤਾ ਜਾਂਦਾ। ਪਰ ਜਿਸ ਤਰੀਕੇ ਨਾਲ ਉੱਥੇ ਮਿਨੀ ਸੈਕਟਰੀਏਟ ਤੱਕ ਪਹੁੰਚਾਇਆ ਗਿਆ, ਪਹਿਲਾਂ 40 ਕੰਪਨੀਆਂ ਲਾਈਆਂ ਗਈਆਂ, ਫਿਰ ਬਾਅਦ ਦੇ ਵਿੱਚ ਕਦੇ ਗੱਲਬਾਤ ਲਈ ਸੱਦ ਲੈਂਦੇ ਆ, ਕਦੇ ਕੁਛ, ਮਤਲਬ ਕਿ ਇੱਕ ਉਲਝਵੀਂ ਜਿਹੀ ਸਥਿਤੀ ਪੈਦਾ ਕੀਤੀ ਜਾ ਰਹੀ ਹੈ ਕਿਸਾਨ ਆਗੂਆਂ ਵਾਸਤੇ। ਤਾਂ ਕਹਿਣ ਦਾ ਭਾਵ ਇਹ ਹੈ ਕਿ ਹੁਣ ਪਤਾ ਨਹੀਂ ਇਹ ਦੁਹਰਾਏ ਹੈ ਜਾਂ ਕਿ ਨਹੀਂ। ਤੇ ਦੇਖੋ ਉੱਥੇ ਸਾਰੀ ਲੀਡਰਸ਼ਿਪ ਇੱਕ ਤਰ੍ਹਾਂ ਨਾਲ ਕਹਿ ਲਓ ਉਲਝੀ ਪਈ ਹੈ, ਕਿਸਾਨੀ ਲੀਡਰਸ਼ਿਪ ਕਿਤੇ ਇਸ ਉਲਝਾ ਨੂੰ ਜਾਣਬੁੱਝ ਕੇ ਵਧਾਉਣਗੇ ਤਾਂ ਨਹੀਂ, ਮੇਰਾ ਫਿਰ ਸਵਾਲ ਉਹੀ ਰਹੇਗਾ। ਕਿਉਂਕਿ ਅਸੀਂ ਪਹਿਲਾਂ ਵੀ ਸੁਣਿਆ ਸੀਗਾ ਕਿ ਗੁਰਨਾਮ ਸਿੰਘ ਚੜੂਨੀ ਆਫ ਦੀ ਰਿਕਾਰਡ ਗੱਲਾਂ ਨੇ ਕਿ ਬਹੁਤ ਜਲਦੀ ਹੋ ਸਕਦਾ ਇੱਕ ਵੱਖਰਾ ਸਟੇਜ ਲਾ ਲੈਣ ਉਗਰਾਹਾਂ ਦੀ ਤਰ੍ਹਾਂ, ਪਰ ਹੁਣ ਇੱਕ ਵੱਖਰਾ ਮੋਰਚਾ ਲੱਗਦਾ ਨਜ਼ਰ ਆ ਰਿਹਾ ਨਾ ਕਿ ਜਿਹੜੀ ਰਾਜਨੀਤੀ ਚਲਾਕ ਰਾਜਨੀਤੀ ਆ ਉਹ ਇਸ ਚੀਜ਼ ਨੂੰ ਕਿਤੇ ਇਹ ਸੋਚ ਕੇ ਤੇ ਨਹੀਂ ਅੱਗੇ ਵਧਣ ਦੇਵੇਗੀ ਕਿ ਹਾਂ ਭਾਈ ਇਹਨਾਂ ਦੀ ਸ਼ਕਤੀ ਜਿਹੜੀ ਵੰਡੀ ਜਾਵੇ, ਲੀਡਰਸ਼ਿਪ ਵੀ ਆਉਣ ਵਾਲੇ ਸਮੇਂ 'ਚ ਵੰਡੀ ਜਾ ਸਕਦੀ ਆ। ਕਿਉਂਕਿ ਚੜੂਨੀ ਸਾਹਿਬ ਦੇ ਸਟੇਜ 'ਤੇ ਤਾਂ ਬਹੁਤ ਕੁਛ ਹੋ ਸਕਦਾ ਮੰਨ ਲਓ ਕੱਲ੍ਹ ਨੂੰ ਜੇ ਮੋਰਚਾ ਲੰਬਾ ਚੱਲਦਾ। ਸੋ ਇਹ ਗੱਲਾਂ ਬਾਤਾਂ ਜਿਹੜੀਆਂ ਉਹ ਸਾਈਡ ਤੋਂ ਨੇ, ਉਹ ਕਿਆਫੇ ਦੇ ਰੂਪ 'ਚ ਨੇ। ਹਾਲੇ ਤਾਂ ਆਪਾਂ ਦੇਖੀਏ ਤਾਂ ਸਾਂਝੇ ਕਿਸਾਨ ਮੋਰਚੇ ਦੀ ਲੀਡਰਸ਼ਿਪ ਉੱਥੇ ਬੈਠੀ ਆ। ਤਾਂ ਇਹ ਸਵਾਲ ਕੁਛ ਜ਼ਰੂਰ ਹਵਾ ਦੇ ਵਿੱਚ ਤੈਰਦੇ ਨੇ ਕਿ ਕਿਤੇ ਸਾਡੀ ਜਿਹੜੀ ਕਿਸਾਨਾਂ ਦੀ ਲੀਡਰਸ਼ਿਪ ਆ ਉਹ ਕਿਤੇ ਕਿਸੇ ਸਿਆਸੀ ਚਾਲਬਾਜ਼ੀ ਦੇ ਵਿੱਚ ਤੇ ਨਹੀਂ ਆ ਜਾਏਗੀ, ਫਸ ਤਾਂ ਨਹੀਂ ਜਾਏਗੀ। ਤਾਂ ਇਹ ਚੀਜ਼ਾਂ ਜ਼ਰੂਰ ਸ਼ੰਕੇ ਦੇ ਰੂਪ ਦੇ ਵਿੱਚ ਹੈਗੀਆਂ ਨੇ। ਬਾਕੀ ਅੱਜ ਇੱਕ ਹੋਰ ਵੀ ਵਾਪਰੀ ਹੈ ਸਿਆਸੀ ਗੱਲ ਕਿ ਸੁਖਬੀਰ ਸਿੰਘ ਬਾਦਲ ਆਏ ਸਨ ਆਪਣੀ ਜ਼ਮਾਨਤ ਭਰਵਾਉਣ ਵਾਸਤੇ ਹੁਸ਼ਿਆਰਪੁਰ ਕੋਰਟ ਦੇ ਵਿੱਚ, ਉਹੀ 2 ਸੰਵਿਧਾਨਾਂ ਵਾਲਾ ਮਾਮਲਾ ਜਿਹੜਾ ਤੇ ਪਾਰਟੀ ਨੇ 2 ਸੰਵਿਧਾਨ ਰੱਖੇ ਦੇ ਆ। ਤਾਂ ਉਹਦੇ 'ਚ ਉੱਥੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੋਰਟ ਦੀ ਪ੍ਰੋਸੀਡਿੰਗ 'ਚ ਕੀ ਹੋਇਆ, ਕਹਿੰਦੇ ਇਹਦੇ 'ਤੇ ਟਿੱਪਣੀ ਨਹੀਂ। ਹਾਂ, ਚੜੂਨੀ ਨੇ ਮੈਨੂੰ ਫੋਨ ਕੀਤਾ ਸੀ, ਕਹਿੰਦਾ ਕਿ ਸੰਗਤ ਵਾਸਤੇ SGPC ਨੂੰ ਕਹਿ ਕੇ ਲੰਗਰ ਪਾਣੀ ਦਾ ਪ੍ਰਬੰਧ ਕਰਵਾਓ, ਤੇ ਆਪਾਂ SGPC ਦੀ ਡਿਊਟੀ ਲਾਤੀ, ਧਾਮੀ ਸਾਹਿਬ ਦੀ ਡਿਊਟੀ ਲਾਤੀ ਹੈ। ਤੇ ਜਦ ਚੜੂਨੀ ਸਾਹਿਬ ਨੂੰ ਉੱਥੇ ਭਰੀ ਪੰਚਾਇਤ ਦੇ ਵਿੱਚ ਪੁੱਛਿਆ ਗਿਆ ਕਿ ਤੁਸੀਂ ਸੁਖਬੀਰ ਸਿੰਘ ਬਾਦਲ ਨੂੰ ਫੋਨ ਕੀਤਾ ਸੀ, ਉਹ ਕਹਿੰਦੇ ਕਿ ਨਾ ਬਈ ਮੇਰੀ ਉੱਥੇ ਕੋਈ ਰਿਸ਼ਤੇਦਾਰੀ ਨਹੀਂ, ਕੋਈ ਜਾਣ ਪਛਾਣ ਨਹੀਂ, ਕੋਈ ਐਸਾ ਵੈਸੀ ਕੋਈ ਗੱਲ ਹੀ ਨਹੀਂ ਗੀ। ਤਾਂ ਹੁਣ ਸੁਖਬੀਰ ਸਿੰਘ ਬਾਦਲ ਝੂਠ ਬੋਲਦੇ ਆ ਜਾਂ ਦੂਸਰੀ ਸਾਈਡ ਤੋਂ ਕੀ ਇਹ ਮਾਮਲਾ ਹੈ ਸਮਝ ਨਹੀਂ ਆ ਰਹੀ। ਤੇ ਸੁਖਬੀਰ ਸਿੰਘ ਬਾਦਲ ਔਨ ਰਿਕਾਰਡ ਐਸੀ ਸਟੇਟਮੈਂਟ ਦੇ ਰਹੇ ਆ ਕਿ SKM ਦਾ ਇੱਕ ਮਹੱਤਵਪੂਰਨ ਜਿਹੜਾ ਆਗੂ ਹੈ ਉਹ ਮੈਨੂੰ ਫੋਨ ਕਰ ਰਿਹਾ। ਇਹ ਹੁਣ ਇਹ ਦੱਸਣਗੇ ਕੱਲ੍ਹ ਨੂੰ ਕਿ ਹਾਂ ਭਾਈ ਇਹਨਾਂ ਨੇ ਕਿਸ ਬਿਆਨ 'ਤੇ ਕਿਹਾ, ਕਿਸ ਫੋਨ ਕਾਲ ਨੂੰ ਸੁਣਿਆ, ਕਿਤੇ ਕੋਈ ਹੋਰ ਭੁਲੇਖਾ ਤਾਂ ਨਹੀਂ ਖਾ ਗਏ। ਵੈਸੇ ਹੈਰਾਨ ਕਰਨ ਵਾਲੀ ਗੱਲ ਹੈ ਕਿ ਗੁਰਨਾਮ ਸਿੰਘ ਚੜੂਨੀ ਜੇ ਫੋਨ ਕਰਨਾ ਹੀ ਹੋਵੇ ਉਹਨਾਂ ਨੇ ਤਾਂ ਡਾਇਰੈਕਟਲੀ SGPC ਨੂੰ ਨਹੀਂ ਕਰ ਸਕਦੇ, ਤਾਂ ਕੀ SGPC ਇਨਕਾਰ ਕਰ ਦੇਗੀ? ਸੁਖਬੀਰ ਸਿੰਘ ਬਾਦਲ ਦੀ ਸਿਫਾਰਿਸ਼ ਕੋਈ ਲਾਜ਼ਮੀ ਆ? ਹੁਣ ਤੇ ਇਹ ਵੀ ਵਿਵਾਦ ਉੱਠੇਗਾ ਕਿ ਕੀ ਅਕਾਲੀ ਦਲ ਦਾ ਪ੍ਰਧਾਨ, ਜਿਹੜੀ ਕਿ ਚਲੋ ਕਿ ਸਿੱਖਾਂ ਦੀ ਨੁਮਾਇਆ ਸਿਆਸੀ ਤਨਜ਼ੀਮ ਹੈ, ਉਹਦਾ ਪ੍ਰਧਾਨ ਵੀ ਇਸ ਤਰ੍ਹਾਂ ਦੀ ਗਲਤ ਸਟੇਟਮੈਂਟ ਦੇ ਸਕਦਾ? ਜੀ ਦੇਖੋ ਮਿੰਟੂ ਜੀ, ਅੱਗੇ ਜਿਹੜਾ ਇੱਥੇ ਕੀ ਬਣਦਾ, ਬਾਕੀ ਤੁਹਾਡਾ ਜਿਹੜਾ ਬਿਲਕੁਲ ਇਹ ਨਜ਼ਰੀਆ ਹੈਗਾ ਵੀ ਇਹ ਕਿਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੋ ਚੱਲ ਰਿਹਾ ਹੈਗਾ ਵਿਰੋਧ, ਉਸ ਨੂੰ ਇਹ ਵੀ ਜਿਹੜਾ ਲਾਉਣਾ ਚਾਹੁੰਦੇ ਆ, ਪਾਸੇ ਕਰਨਾ ਚਾਹੁੰਦੇ ਆ। ਅਗਲੀ ਅਕਾਲੀ ਦਲ ਦੀ ਗੱਲ ਕਰ ਲਈਏ। ਅਕਾਲੀ ਦਲ ਅਤੇ ਬਸਪਾ ਦਾ ਆਪਾਂ ਨੂੰ ਪਤਾ ਹੈ ਵੀ ਸਮਝੌਤਾ ਹੋਇਆ ਸੀ। ਸ਼ਾਮ 84 ਅਤੇ ਕਪੂਰਥਲਾ ਵਿਧਾਨ ਸਭਾ ਦੀਆਂ ਸੀਟਾਂ ਇਹਨਾਂ ਨੇ ਬਸਪਾ ਨੂੰ ਦਿੱਤੀਆਂ ਨੇ। ਇਹ ਸਮਝੌਤੇ ਦੇ ਤਹਿਤ ਹੀ ਹੈ ਜਾਂ ਇਹਨਾਂ ਨੂੰ ਲੱਗਦਾ ਸੀ ਅਕਾਲੀ ਦਲ ਨੂੰ ਵੀ ਅਸੀਂ ਨਹੀਂ ਜਿੱਤਦੇ ਇੱਥੋਂ? ਦੇਖੋ, ਜਿੱਥੋਂ ਤੱਕ ਸ਼ਾਮ 84 ਤੇ ਕਪੂਰਥਲਾ ਦੀ ਗੱਲ ਆ, ਪਹਿਲਾਂ ਆਪਾਂ ਇਹਨਾਂ ਦੋਨਾਂ ਸੀਟਾਂ ਦੀ ਗੱਲ ਕਰ ਲੈਂਦੇ, ਫਿਰ ਦੂਜੀਆਂ ਦੋਨਾਂ ਸੀਟਾਂ ਦੀ ਗੱਲ ਕਰ ਲਵਾਂਗੇ ਕਿ ਜਿਹੜੇ ਵੱਟੇ 'ਚ ਆਈਆਂ ਨੇ। ਦੇਖੋ, ਜਿੱਥੋਂ ਤੱਕ ਸ਼ਾਮ 84 ਦਾ ਸਵਾਲ ਆ, ਤੁਹਾਨੂੰ ਪਤਾ ਹੀ ਆ ਕਿ ਦੁਆਬੇ ਦੀ ਮਹੱਤਵਪੂਰਨ ਇਹ ਸੀਟ ਆ ਜਿਹੜੀ ਕਿ ਹੁਣ ਇਸ ਵੇਲੇ ਪਵਨ ਕੁਮਾਰ ਆਦੀਆਂ ਕੋਲ ਆ, ਜਿਹੜੇ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਕੈਂਡੀਡੇਟ ਸੀ, ਜਿਹੜੀ ਜੇਤੂ ਰਹੀ। ਇਹਨਾਂ ਨੂੰ 46,612 ਵੋਟਾਂ ਪਈਆਂ ਸਨ 2017 ਦੇ ਵਿੱਚ। 46,612 ਆਪਾਂ ਸੋਰੀ ਕੈਲਕੂਲੇਸ਼ਨ ਹੀ ਕਰ ਲੈਂਦੇ ਤਾਂ ਕਿ ਤੁਹਾਨੂੰ ਅੰਦਾਜ਼ਾ ਹੋ ਜਾਏਗਾ। ਪਰ ਦੂਸਰੇ ਨੰਬਰ 'ਤੇ ਕੌਣ ਰਿਹਾ ਸੀ, ਉਹ ਮਹੱਤਵਪੂਰਨ ਗੱਲ ਹੈ। ਤੁਹਾਨੂੰ ਯਾਦ ਹੋਏਗਾ ਉਦੋਂ ਡਾਕਟਰ ਰਵਜੋਤ ਸਿੰਘ ਨੇ ਬਹੁਤ ਤਗੜੀ ਟੱਕਰ ਦਿੱਤੀ ਸੀ ਆਮ ਆਦਮੀ ਪਾਰਟੀ ਦੇ, ਜਿਨ੍ਹਾਂ ਨੂੰ 42,797, ਮਤਲਬ ਕਿ ਜੇ ਆਦੀਆਂ ਨੂੰ ਤਕਰੀਬਨ 38%
आम आदमी पार्टी के कैंडीडेट ਨੂੰ तकरीबन 35% वोट पई सी। ना अकाली दल नेड़े तेड़े ते ना ਇਹਦੇ ਚ कह लो कि बसपा नेड़े तेड़े। अकालियां ਨੂੰ ਵੋਟਾਂ ਪਈਆਂ ਸੀ बीबी जोश ਜਿਹਦੇ ਅਕਸਰ ਚਾਚੇ ਹੁੰਦੇ ਰਹਿੰਦੇ ਉਹਨਾਂ ਦੀ ਰਾਜਨੀਤੀ ਦੇ, ਤਾਂ ਉਹ ਲੈ ਗਏ ਸਨ ਮੇਰੇ ਖਿਆਲ ਦੇ ਨਾਲ 24,671 ਵੋਟ, 20%। ਤਕਰੀਬਨ ਦੂਜੇ ਨੰਬਰ ਦੇ ਕੈਂਡੀਡੇਟ ਤੋਂ ਵੀ ਤਕਰੀਬਨ 15% ਦਾ ਫਰਕ ਹੈ। ਤਾਂ ਫਿਰ ਚੌਥੇ ਨੰਬਰ ਤੇ ਸੀ ਬਹੁਜਨ ਸਮਾਜ ਪਾਰਟੀ ਦਾ ਕੈਂਡੀਡੇਟ ਭਗਵਾਨ ਦਾਸ, ਜਿਨ੍ਹਾਂ ਨੂੰ 8,009 ਤਕਰੀਬਨ 6.5% ਵੋਟ ਮਿਲੀ ਸੀ। ਸੋ ਇਹ ਕੈਲਕੂਲੇਸ਼ਨ ਹੈ, ਜਦੋਂ ਤੁਸੀਂ ਸਵਾਲ ਚੁੱਕਿਆ ਤੇ ਇਹ ਕੈਲਕੂਲੇਸ਼ਨ ਜਿਹੜੀ ਆ ਸਾਫ਼ ਕਰਦੀ ਆ ਕਿ ਇਸ ਟਾਈਮ ਜੇ ਦੇਖੀਏ ਤਾਂ ਬਸਪਾ ਦੀ ਇੱਥੇ ਵੋਟ ਜਿਹੜੀ ਆਪਣੀ ਨਰੋਲ ਵੋਟ ਆ ਤਕਰੀਬਨ 10,000 ਹੈ। ਜੇ 2017 ਚ ਦੇਖੀਏ ਆਪਾਂ, ਜੇ ਹੋਰ ਵੀ ਪਿੱਛੇ ਜਾ ਕੇ ਦੇਖਣਾ ਤਾਂ ਉਹ ਵੀ ਤੁਸੀਂ ਦੇਖ ਸਕਦੇ ਹੋ। 2012 ਦੇ ਵਿੱਚ ਜਿਹੜਾ ਮੇਰੇ ਖਿਆਲ ਦੇ ਨਾਲ ਬਸਪਾ ਦਾ ਕੈਂਡੀਡੇਟ ਸੀ ਉਹ ਅੱਛੀ ਵੋਟ ਲੈ ਗਿਆ ਸੀ। ਉਦੋਂ ਖੜੋਤਾ ਸੀ ਇੱਥੇ ਸ਼ਾਇਦ ਸਮਿੱਤਰ ਸਿੰਘ ਸਿਕਰੀ, ਤਾਂ ਉਹਨਾਂ ਦੀ ਜਿਹੜੀ ਵੋਟ ਸੀ ਉਸ ਵੇਲੇ ਉਹ ਨਿਕਲੀ ਸੀ 22,429। ਬਹੁਤ ਵੱਡੀ ਗੱਲ ਹੈ। ਇਹਦਾ ਮਤਲਬ ਕਿ ਵੱਡਾ ਸ਼ਿਫਟ ਜਿਹੜਾ ਹੈ ਨਾ ਇਹਨਾਂ ਦੀ ਵੋਟ ਦਾ ਫਿਰ ਵੱਜਿਆ ਉਦੋਂ ਆਮ ਆਦਮੀ ਪਾਰਟੀ ਨੂੰ। ਸੋ ਇਹ ਤੱਥ ਜਿਹੜੇ ਆ ਦੇਖ ਲਓ ਕਿ ਇਹਦੇ 'ਚ ਬੋਲਦੇ ਆ। ਦੂਸਰੇ ਨੰਬਰ 'ਤੇ ਸਨ ਚੌਧਰੀ ਰਾਮ ਲੋਹਾਇਆ, ਜਿਹੜੇ ਇੰਡੀਅਨ ਨੈਸ਼ਨਲ ਕਾਂਗਰਸ ਦੇ 38,054 ਵੋਟ ਸੀ 12 'ਚ, ਤੇ ਪਹਿਲੇ ਨੰਬਰ 'ਤੇ ਸੀ ਬੀਬੀ ਮਹਿੰਦਰ ਕੌਰ ਜੋਸ਼ 43,360 ਵੋਟ। ਤਾਂ ਇਸ ਲਿਹਾਜ਼ ਨਾਲ ਆਪਾਂ ਕਹਿ ਸਕਦੇ ਹਾਂ ਕਿ ਜੇ ਆਪਾਂ ਵੇਖੀਏ ਸਮੁੱਚੇ ਤੌਰ ਤੇ ਕਿ ਜੇ ਅੱਜ ਇਹ ਬਹੁਜਨ ਸਮਾਜ ਪਾਰਟੀ ਕੋਲ ਟਿਕਟ ਗਈ ਚਲੀ ਆ ਤੇ ਕੋਈ ਮਾੜੀ ਗੱਲ ਨਹੀਂ ਹੈ, ਇਹ ਤੇ ਠੀਕ ਆ। ਜੇ ਆਪਾਂ ਦੇਖੀਏ ਤਾਂ ਅਕਾਲੀ ਦਲ ਨੇ ਫਿਰ ਇਹ ਜਿਹੜੀ ਟਿਕਟ ਆ ਉਹ ਕਹਿ ਲਓ ਕਿ ਮਹਿੰਦਰ ਕੌਰ ਜੋਸ਼ ਹੋਰਾਂ ਤੋਂ ਕੱਟਤੀ ਆ ਫਿਰ ਤਕਰੀਬਨ, ਜੇ ਆਪਾਂ ਦੇਖੀਏ, ਕਿਉਂਕਿ ਕਾਫੀ ਪੁਰਾਣੇ ਇੱਥੋਂ ਲੜਦੇ ਆਏ ਆ। ਮੇਰੇ ਖਿਆਲ ਦੇ ਨਾਲ ਇੱਕ ਵਾਰੀ ਪਹਿਲਾਂ ਇੱਕ ਹੋਰ ਵੀ ਜੋਸ਼ ਸੀ, ਪਤਾ ਨਹੀਂ ਇਹਨਾਂ ਦੇ ਰਿਐਲਟਿਵ ਨੇ ਕੌਣ ਨੇ, ਉਹਨਾਂ ਨੇ ਵੀ ਜਿੱਤੀ ਹੋਈ ਆ ਸੀਟ। ਜੇ ਆਪਾਂ ਦੇਖੀਏ ਅਰਜਨ ਸਿੰਘ ਜੋਸ਼ ਸੀ ਜੀ, ਸ਼ਾਇਦ ਮੈਨੂੰ ਯਾਦ ਨਹੀਂ ਹੁਣ ਉਹ ਕੀ ਲੱਗਦੇ ਸਨ, ਪਰ ਉਹਨਾਂ ਦੇ ਨਾਂ ਨਾਲ ਵੀ ਜੋਸ਼ ਲੱਗਦਾ ਸੀ, ਜਿਹੜੇ 1997 'ਚ ਇੱਥੋਂ ਜਿੱਤੇ ਸਨ। ਫਿਰ ਉਸ ਤੋਂ ਬਾਅਦ ਜੇ ਆਪਾਂ ਦੇਖੀਏ 2002 'ਚ ਰਾਮ ਲੋਹਾਇਆ ਜੀ ਜਿੱਤ ਗਏ ਸੀ। ਇਸ ਤਰ੍ਹਾਂ ਕਰਕੇ ਇਹ ਸਾਰਾ ਕੁਛ ਹੈ ਜਿਹੜਾ ਰਿਹਾ ਸੀਗਾ। ਖੈਰ ਹੁਣ ਦੇਖਦੇ ਹਾਂ ਕਿ ਸ਼ਾਮ 84 ਦੇ ਵਿੱਚ ਯਾਨੀ ਈਵਨਿੰਗ 84 ਦੇ ਵਿੱਚ ਉੱਥੇ ਉਹ ਜਿਹੜੀ ਈਵਨਿੰਗ ਆ ਉਹ ਕਿਹਦੇ ਨਾਮ ਤੇ ਜਾਂਦੀ। ਸੋ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅੱਛੀ ਹੈ। ਜੇ ਆਪਾਂ ਆਮ ਤੌਰ ਤੇ ਦੇਖੀਏ ਜਿਸ ਤਰ੍ਹਾਂ ਦੀ ਕੈਲਕੂਲੇਸ਼ਨ ਹੁੰਦੀ ਹੈ, ਸਮੀਕਰਨ ਬੋਲਦੇ ਆ, ਤਾਂ ਬਹੁਜਨ ਸਮਾਜ ਪਾਰਟੀ ਵਾਸਤੇ ਇਹ ਲੱਗਦਾ ਕਿ ਠੀਕ ਆ। ਹੁਣ ਕਪੂਰਥਲਾ ਦੀ ਗੱਲ ਕਰ ਲਓ, ਇੱਥੇ ਜੇ ਤੁਸੀਂ ਦੇਖੋਗੇ 2017 ਚ ਰਾਣਾ ਗੁਰਜੀਤ ਸਿੰਘ, 2012 ਚ ਰਾਣਾ ਗੁਰਜੀਤ ਸਿੰਘ, 2007 ਚ ਰਾਣਾ ਰਾਜਵੰਸ਼ ਕੌਰ, 2002 ਚ ਰਾਣਾ ਗੁਰਜੀਤ ਸਿੰਘ। ਮਤਲਬ 1997 ਤੋਂ ਲੈ ਕੇ ਹੁਣ ਤੱਕ ਲਾਸਟ ਜਿੱਤ ਜਿਹੜੀ ਅਕਾਲੀ ਦਲ ਦੀ ਸੀਗੀ 1997 ਚ ਆਈ ਸੀ। ਉਸ ਤੋਂ ਬਾਅਦ ਅੱਜ ਤੱਕ ਕਪੂਰਥਲੇ ਚੋਂ ਇਹ ਨਹੀਂ ਜਿੱਤੇ। ਸੋ ਜੇ ਆਪਾਂ ਪਿਛਲੇ ਇਲੈਕਸ਼ਨ ਦੀ ਗੱਲ ਕਰ ਲਈਏ 2017 ਦੀ, ਤਾਂ ਇਹਨਾਂ ਦੇ ਜਿਹੜੇ ਕੈਂਡੀਡੇਟ ਸੀ ਐਡਵੋਕੇਟ ਪਰਮਜੀਤ ਸਿੰਘ ਸਨ, ਮੇਰੇ ਖਿਆਲ ਦੇ ਨਾਲ ਯੰਗ ਹੀ ਸਨ ਕਾਫੀ, ਤਾਂ ਉਹਨਾਂ ਨੇ ਵੋਟ ਹਾਸਲ ਕੀਤੀ ਸੀ 27,561। ਰਾਣਾ ਗੁਰਜੀਤ ਦੀ ਵੋਟ 56,378 ਦੇ ਮੁਕਾਬਲੇ, ਮਤਲਬ ਕਿ ਅੱਧੋ ਅੱਧ ਦਾ ਫਰਕ ਆ। ਤਾਂ ਇੱਥੇ ਬਹੁਜਨ ਸਮਾਜ ਪਾਰਟੀ ਬਿਲਕੁਲ ਨਿਲ ਹੈ, ਬਿਲਕੁਲ ਨਿਲ ਵਟਾ ਸਨਾਟਾ। ਇਹਨਾਂ ਦੀਆਂ ਵੋਟਾਂ ਜੇ ਮੈਂ ਭੁੱਲਦਾ ਨਹੀਂ ਤਾਂ ਉਸ ਟਾਈਮ ਸਨ ਤਕਰੀਬਨ 1,000 ਕੁਛ 1,100 ਵੋਟ ਸੀ। ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਕਪੂਰਥਲਾ ਤਾਂ ਇਹ ਬਹੁਜਨ ਸਮਾਜ ਪਾਰਟੀ ਵਾਸਤੇ ਘਾਟੇ ਬੰਦਾ ਸੌਦਾ ਹੀ ਸਾਬਤ ਹੋਏਗਾ ਤਕਰੀਬਨ। ਬਾਕੀ ਵੇਖੋ ਅੱਗੇ ਕੀ ਗੱਲ ਬਣਦੀ ਹੈ। ਪਰ ਜਿਹੜੀਆਂ ਇਹਦੇ ਵੱਟੇ ਲਈਆਂ ਨੇ 2 ਸੀਟਾਂ, ਉਹਦੇ ਵਿੱਚ ਕੀ ਆ ਕਿ ਦੇਖੋ ਇਹਨਾਂ ਨੇ ਇੱਕ ਸੀਟ ਲਈ ਅੰਮ੍ਰਿਤਸਰ ਨੌਰਥ ਕਾਹਦੇ ਵਾਸਤੇ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਜਿਹੜੇ ਇੱਕ ਟਾਈਮ ਜੋਸ਼ੀ ਜੀ ਇਹਨਾਂ ਦੇ ਹੱਥੋਂ ਹੀ ਕੁੱਟੇ ਗਏ ਸੀ ਅਕਾਲੀਆਂ ਦੇ ਹੱਥੋਂ। ਕੁੱਟੇ ਵੀ ਗਏ, ਮਤਲਬ ਕਿ ਜੋਸ਼ੀ ਸਾਹਿਬ ਦੇ ਭਰਾ ਹੀ ਸੀ, ਪਰ ਇਹਨਾਂ ਦੀ ਗੱਡੀ ਵੀ ਤੋੜੀ ਗਈ ਸੀ ਇੱਕ ਵਾਰੀ, ਉਹ ਵੀ ਦੋਸ਼ ਅਕਾਲੀਆਂ ਦੇ ਸਿਰ ਤੇ ਲੱਗਾ ਸੀਗਾ। ਤਾਂ ਇਹ ਜੋਸ਼ੀ ਸਾਹਿਬ ਹੁਣ ਅਕਾਲੀ ਹੋ ਗਏ ਆ। ਇਹ ਜਦ ਅਕਾਲੀ ਹੋ ਗਏ ਆ ਤੇ ਦੂਜੇ ਪਾਸੇ ਇਹਨਾਂ ਨੇ ਉਹੀ ਟਿਕਟ ਮੰਗੀ ਆ ਜਿੱਥੋਂ ਇਹ 7 ਤੇ 12 ਚ ਜੇਤੂ ਰਹੇ, ਅੰਮ੍ਰਿਤਸਰ ਨੌਰਥ ਤੋਂ। ਤਾਂ ਅੰਮ੍ਰਿਤਸਰ ਨੌਰਥ ਸਮਝੌਤੇ ਦੇ ਮੁਤਾਬਕ ਪਹਿਲਾਂ ਸੀ ਬਹੁਜਨ ਸਮਾਜ ਪਾਰਟੀ। ਤਾਂ ਇਸ ਵਾਰੀ
ਜੋਸ਼ੀ ਸਾਹਿਬ ਫਿਰ ਉੱਥੋਂ ਕਿਸਮਤ ਅਜ਼ਮਾਈ ਕਰਨਗੇ ਤੇ ਉਹ ਹੁਣ ਦੇਖੋ ਅੱਗੇ ਕੀ ਨਤੀਜਾ ਨਿਕਲਦਾ ਹੈ। ਮੇਰੇ ਖਿਆਲ ਦੇ ਨਾਲ ਫਾਈਟ ਤੇ ਉੱਥੇ ਬਣਾ ਜਾਏਗਾ, ਜੋਸ਼ੀ ਫਾਈਟ ਬਣਾ ਜਾਏਗਾ, ਇਹਦੇ 'ਚ ਕੋਈ ਦੋ ਰਾਏ ਨਹੀਂ। ਅੰਮ੍ਰਿਤਸਰ ਨਾਰਥ ਦੇ ਵਿੱਚ ਜੋਸ਼ੀ ਦਾ ਹੈ ਹੋਲਡ ਹੈ। ਸੁਨੀਲ ਦੱਤੀ ਪਿਛਲੀ ਵਾਰੀ ਵੋਟਾਂ ਲੈ ਗਏ ਸਨ 59,212 ਤੇ ਜਿਹੜੇ ਹੈਗੇ ਸੀ ਜੋਸ਼ੀ ਸਾਹਿਬ ਇਹ ਜਦੋਂ 12 'ਚ ਜਿੱਤੇ ਸੀਗੇ ਤਾਂ ਉਦੋਂ ਲੈ ਗਏ ਸੀ 62,374। ਤਾਂ ਇਹ ਹੁਣ ਦੇਖ ਲਓ ਕਿ ਸਿਚੁਏਸ਼ਨ ਹੈ ਕਿ ਜਦੋਂ 17 ਦਾ ਆਪਾਂ ਇਲੈਕਸ਼ਨ ਦੇਖੀਏ ਤਾਂ ਜੋਸ਼ੀ ਨੂੰ ਫਿਰ ਉਹ ਵੋਟ ਜਿਹੜੀ 62,000 ਸੀ ਉਹ ਘੱਟ ਕੇ ਮਿਲੀ 45,000। ਪਰ ਇੱਕ ਚੀਜ਼ ਇੱਥੇ ਨੋਟ ਕਰ ਲਓ ਕਿ ਜਦ ਬੁਰਾ ਵਕਤ ਸੀਗਾ ਇਸ ਅਲਾਇੰਸ ਦਾ, ਬਹੁਤ ਹੀ ਬੁਰਾ ਵਕਤ ਸੀ, ਤਦ ਵੀ ਉਹ 45,000 ਵੋਟ ਲੈ ਜਾਂਦੇ ਆ। ਤਾਂ ਮਤਲਬ ਇੱਥੇ ਅਕਾਲੀ ਸੰਭਾਵਨਾਵਾਂ ਜਿਹੜੀਆਂ ਨੇ ਉਹ ਪ੍ਰਬਲ ਹੁੰਦੀਆਂ। ਪਰ ਜੇ ਸੁਜਾਨਪੁਰ ਦੀ ਗੱਲ ਕਰੀਏ ਇੱਥੇ ਟੋਟਲੀ ਅਲੱਗ ਆ। ਸੁਜਾਨਪੁਰ ਦੇ ਵਿੱਚ ਜਿਹੜੀ ਇਹਨਾਂ ਨੇ ਦੂਸਰੀ ਲਈ ਹੈ ਸੁਜਾਨਪੁਰ ਦੀ, ਤਾਂ ਸੁਜਾਨਪੁਰ ਦੀ ਸੀਟ ਜਿਹੜੀ ਆ ਉਹ ਸਭ ਨੂੰ ਪਤਾ ਹੋਏਗਾ ਉਹ ਪੈਂਦੀ ਹੈ ਪਠਾਨਕੋਟ ਏਰੀਏ ਦੇ ਵਿੱਚ। ਤਾਂ ਉੱਥੇ ਦਬਦਬਾ ਜ਼ਿਆਦਾ ਹੈ ਭਾਰਤੀ ਜਨਤਾ ਪਾਰਟੀ ਦਾ। ਉਹਨਾਂ ਦੇ ਦਿਨੇਸ਼ ਸਿੰਘ ਲਗਾਤਾਰ ਹੈਟ੍ਰਿਕ ਮਾਰ ਚੁੱਕੇ 7 'ਚ 12 'ਚ 17 'ਚ ਉਹ ਜੇਤੂ ਰਹੇ ਨੇ। ਤੇ ਜੇ ਆਪਾਂ 17 ਦਾ ਦੇਖੀਏ ਰਿਜ਼ਲਟ ਤਾਂ ਇੱਥੇ ਦਿਨੇਸ਼ ਸਿੰਘ ਹੋਰਾਂ ਦੀ ਪੇਟੀ 'ਚੋਂ ਨਿਕਲੀ ਸੀ ਵੋਟ 48,910 ਤੇ ਦੂਸਰੇ ਨੰਬਰ ਤੇ ਜਿਹੜੇ ਕਾਂਗਰਸ ਦੇ ਕੈਂਡੀਡੇਟ ਸੀ ਅਮਿਤ ਸਿੰਘ ਇਹਨਾਂ ਦੀ ਵੋਟ ਨਿਕਲੀ ਸੀ 30,209 ਤੇ ਤੀਸਰੇ ਨੰਬਰ ਤੇ ਸਨ ਜੇ ਆਪਾਂ ਵੇਖੀਏ ਆਜ਼ਾਦ ਨਰੇਸ਼ਪੁਰੀ 28,675 ਵੋਟ ਨਾਲ। ਤਾਂ ਕਹਿਣ ਦਾ ਭਾਵ ਇਹ ਆ ਕਿ ਇੱਥੇ ਤੇ ਬਹੁਤ ਪਿੱਛੇ ਨੇ। ਜੇ ਆਪਾਂ ਬਸਪਾ ਨੂੰ ਵੀ ਵੇਖੀਏ ਇਹਨਾਂ ਦੀ ਵੀ 1,000 ਦੇ ਕਰੀਬ ਵੋਟ ਆ। ਜੇ ਆਮ ਆਦਮੀ ਪਾਰਟੀ ਨੂੰ ਦੇਖੀਏ ਤਾਂ ਇਹਨਾਂ ਦੀ ਵੀ 2800 ਵੋਟ ਨਿਕਲੀ ਸੀ ਉਸ ਦੌਰ ਦੇ ਵਿੱਚ। ਤਾਂ ਇੱਥੇ ਟੱਕਰ ਜਿਹੜੀ ਆ ਉਹ ਜੇ ਅਕਾਲੀ ਦੇਣਾ ਚਾਹੁੰਦੇ ਆ ਭਾਜਪਾ ਨੂੰ ਤਾਂ ਪਹਿਲਾਂ ਕਾਂਗਰਸ ਨੂੰ ਪਿਛਾੜ ਕੇ ਆਉਣਾ ਪਏਗਾ ਦੂਜੇ ਨੰਬਰ ਤੇ। ਤਾਂ ਉੱਥੇ ਕਿਹੜਾ ਕੈਂਡੀਡੇਟ ਹੋਏਗਾ ਇਹਨਾਂ ਦਾ, ਇੱਕ ਬਹੁਤ ਵੱਡਾ ਸਵਾਲ ਆ। ਇੱਕ ਬਹੁਤ ਵੱਡਾ ਸਵਾਲ ਹੈ ਕਿ 1/1 ਜਿਹੜੀ ਹੈ ਉਹ ਇਸੇ ਤਰ੍ਹਾਂ ਹੀ ਕੀਤੀ ਜਾ ਰਹੀ ਹੈ ਕਿ ਇੱਕ ਦਾ ਫਾਇਦਾ ਉਹਨਾਂ ਨੂੰ ਦਿਸਦਾ ਨਜ਼ਰ ਆ ਰਿਹਾ ਤੇ ਇੱਕ ਦਾ ਫਾਇਦਾ ਇਹਨਾਂ ਨੂੰ ਦਿਸਦਾ ਨਜ਼ਰ ਆ ਰਿਹਾ। ਪਰ ਇਹਦੇ 'ਚ ਫਾਇਦਾ ਕੀ ਆ ਕਿ ਵੱਡੇ ਭਾਈ ਨੂੰ ਫਾਇਦਾ ਇਹ ਆ ਜਿਹੜੇ ਜੋਸ਼ੀ ਸਾਹਿਬ ਹਿੰਦੂ ਫੇਸ ਨੇ ਉਹ ਜ਼ਰੂਰ ਸ਼ਾਮਲ ਕਰ ਲਏ ਗਏ ਅੰਮ੍ਰਿਤਸਰ ਨਾਰਥ ਤੋਂ। ਵੈਸੇ ਤੁਹਾਨੂੰ ਪਤਾ ਹੀ ਰਾਜਨੀਤੀ 'ਚ ਫਾਇਦਾ ਨੁਕਸਾਨ, ਉਹ ਦੋ ਭਰਾਵਾਂ ਦੀ ਕਹਾਣੀ ਸੁਣੀ ਹੈ ਨਾ ਕਦੇ ਜੀ। ਪਿਓ ਮਰ ਗਿਆ, ਮਾਤੜ ਜਿਹਾ ਪਿਓ ਸੀ, 3 ਚੀਜ਼ਾਂ ਸੀ ਉਹਦੇ ਕੋਲੇ, ਇੱਕ ਤੇ ਕੰਬਲ, ਇੱਕ ਸੀ ਮੱਝ, ਇੱਕ ਸੀ ਖਜੂਰ। ਵੱਡਾ ਭਰਾ ਚਲਾਕ ਸੀ, ਛੋਟੇ ਨੂੰ ਕਹਿੰਦਾ ਵੰਡ ਲਈ ਹੁਣ ਬਟਵਾਰੇ ਦਾ ਟਾਈਮ ਆ, ਫਿਰ ਐਵੇਂ ਲੜਦੇ ਜੂ ਫਿਰਾਂਗੇ। ਉਹਨੇ ਕਿਹਾ ਠੀਕ ਆ। ਛੋਟਾ ਵਿਚਾਰਾ ਭੋਲਾ ਸੀ, ਉਹਨੇ ਕਿਹਾ ਲਿਆ ਕਿ ਮੱਝ ਇੱਕ ਆ, ਇੱਦਾਂ ਕਰ ਅੱਗੋਂ ਤੂੰ ਲੈ ਲਾ ਤੇ ਮੱਝ ਦਾ ਪਿਛਲਾ ਹਿੱਸਾ ਮੇਰਾ। ਉਹਨੇ ਠੀਕ ਆ। ਕਹਿੰਦਾ ਖਜੂਰ ਉੱਤੋਂ ਮੇਰੀ ਤੇ ਥੱਲੇ ਤੇਰੀ। ਉਹਨੇ ਕਿਹਾ ਮਨਜ਼ੂਰ ਆ। ਕੰਬਲ ਕਹਿੰਦਾ ਦਿਨੇ ਤੇਰਾ ਤੇ ਰਾਤ ਨੂੰ ਮੇਰਾ। ਅੱਛਾ ਹੁਣ ਉਹ ਚਲਾਕ ਆਦਮੀ ਸੀ, ਪੱਠੇ ਤੇ ਪਾਇਆ ਕਰੇ, ਅਗਲਾ ਹਿੱਸਾ ਉਹਦਾ ਸੀ ਮਾਨਸ ਦਾ ਛੋਟੇ ਦਾ, ਤੇ ਚੋਣ ਉਹ ਬਹਿ ਜਾ ਕਰੇ ਡੋਲੀ ਲੈ। ਤੇ ਫਿਰ ਜਦ ਖਜੂਰਾਂ ਦਾ ਫਲ ਪੱਕੇ ਤੇ ਫਲ ਤੇ ਉਹ ਤੋੜੇ ਤੇ ਥੱਲੇ ਗੋਡੀ ਉਹ ਪਾਵੇ ਮੋਢੇ। ਫਿਰ ਕੰਬਲ ਦਿਨੇ ਹੁਣ ਗਰਮੀ 'ਚ ਉਹਨੇ ਕੀ ਮਰਨਾ ਵਲੇਟ ਕੇ ਕੰਬਲ, ਤੇ ਰਾਤ ਨੂੰ ਮਾੜੀ ਜਿਹੀ ਠੰਡ ਹੋਣੀ ਤੇ ਦੂਜੇ ਨੇ ਲੈ ਲੈਣਾ, ਲਿਆ ਵੀ ਰਾਤ ਨੂੰ ਮੇਰਾ। ਉਹ ਕੋਈ ਉੱਥੇ ਸਿਆਣਾ ਸਰਪੰਚ ਸੀ, ਉਹਦੇ ਕੋਲ ਗਿਆ, ਉਹਨੇ ਆਖਿਆ ਯਾਰ ਆਹ ਬੜਾ ਧੱਕਾ ਹੋਇਆ ਗਰੀਬ ਦੇ ਨਾਲ। ਤੇ ਉਹਨੇ ਆਖਿਆ ਠੀਕ ਹੈ ਜੇ ਇਸ ਧੱਕੇ ਦੇ ਵਿੱਚ ਵੀ ਭਰਾਵਾ ਕੁਛ ਖੱਟ ਲਾ। ਤੇ ਅਗਲੇ ਦਿਨ ਜਦੋਂ ਚੋਣ ਬੈਠਾ ਮੱਝ, ਉਹਨੇ 3-4 ਬੂਥੇ ਦੇ ਡੰਡੇ ਮਾਰੇ ਮੱਝ ਦੇ, ਮੱਝ ਬੈਂ ਬੈਂ ਕਰੇ ਤੇ ਦੁੱਧ ਦਾ ਡੁੱਲ ਗਿਆ। ਉਹਨੇ ਆਖਿਆ ਕੀ ਬਕਵਾਸ ਬਾਕੀ ਹੈ ਤੇਰੀ, ਕੀ ਹਰਕਤ ਹੈ ਤੇਰੀ, ਦੁੱਧ ਢਲਾਤਾ ਸਾਰਾ। ਉਹਨੇ ਆਖਿਆ ਕਿ ਅਗਲਾ ਹੀ ਸਮਝਦਾ ਮੇਰਾ, ਮੈਂ ਭਾਵੇਂ ਕੁੱਟ-ਕੁੱਟ ਕੇ ਮਾਰ ਦੇਵਾਂ, ਤੂੰ ਕੀ ਲੈਣਾ। ਉਹਨੇ ਆਖਿਆ ਫਿਰ ਇੱਦਾਂ ਕਿ ਚੱਲ ਆਪਾਂ ਅੱਧੋ-ਅੱਧੀ ਕਰ ਲੈਂਦੇ ਹਾਂ, ਅੱਧੋ-ਅੱਧ ਕਰ ਲੈਂਦੇ ਹਾਂ। ਫਿਰ ਜ਼ਿਆਦਾ ਹੀ ਵਾਰੀ ਖਜੂਰ ਦੀ, ਖਜੂਰਾਂ ਲਾਉਣ ਚੱਲਿਆ, ਚੜ੍ਹ ਗਿਆ ਉੱਤੇ। ਉਹਨੇ ਕਿਹਾ ਚੜ੍ਹ ਜਾ ਕੋਈ ਗੱਲ ਨਹੀਂ, ਨਾਲਾ ਨਾਲਾ ਕੋਈ ਚੱਕਰ ਨਹੀਂ। ਤੇ ਥੱਲੇ ਉਹ ਲੈ ਕੇ ਕੁਹਾੜੀ ਉਹ ਲੱਗ ਪਿਆ ਵੱਢਣ ਖਜੂਰ। ਉਹ ਕਹਿੰਦਾ ਤੇਰਾ ਬੇੜਾ ਪੈ ਜੇ, ਮਾਰਨਾ ਹੀ ਮੈਨੂੰ, ਮੈਂ ਐਡੀ ਉੱਚੀ ਖਜੂਰ ਡਿੱਗ ਪਊਂਗਾ। ਉਹਨੇ ਆਖਿਆ ਉਤਲਾ ਹਿੱਸਾ ਤੇਰਾ, ਹੇਠਲਾ ਮੇਰਾ, ਮੈਂ ਵੱਢਾਂ ਟੋਕਾਂ ਜੋ ਮਰਜ਼ੀ ਕਰਾਂ। ਕਹਿੰਦਾ ਬੇੜਾ ਬਹਿ ਜੇ, ਮੈਂ ਅੱਧੇ ਫਲ ਖੁਣੇ ਸੁੱਟਦਾ ਥੱਲੇ ਤੇਰੇ, ਉਹ ਤੂੰ ਆਪਦੇ ਚੁੱਕ ਲਾ, ਮਾਮਲਾ ਅੱਧੋ ਅੱਧ। ਤੇ ਜਦੋਂ ਆਈ ਕੰਬਲ ਦੀ ਵਾਰੀ, ਰਾਤ ਨੂੰ ਕੰਬਲ ਚੁੱਕਿਆ ਤੇ ਕੰਬਲ ਉੱਤੇ ਸਗਲੇ 'ਚ ਭਿੱਜਾ ਪਿਆ ਸੀਗਾ ਪਾਣੀ 'ਚ। ਉਹਨੇ ਆਖਿਆ ਤੇਰਾ ਬੇੜਾ ਬਹਿ ਜੇ, ਆ ਤੇ ਛੱਡ ਦਿਨੋਂ ਰਾਤ ਨੂੰ ਲਊਂਗਾ ਕੀ। ਉਹਨੇ ਆਖਿਆ ਦਿਨੇ ਕੰਬਲ ਮੇਰਾ, ਭਾਵੇਂ ਮੈਂ ਅੱਗ 'ਚ ਸੁੱਟਾਂ ਭਾਵੇਂ ਪਾਣੀ 'ਚ।
फिर उन्हें आख्या नहीं भी ठीक है, हम दुआती आप दोबारा सही ढंग नाल दोबारा ही कर लेंगे। तो इस तरह लगता है कि जी कहानी है ना वो इस अलायंस के नवे अलायंस से फिट बैठी है। मुबारक है जी। ਜੀ ਦੇਖੋ ਕਿੰਨਾ ਚਿਰ ਕੱਢਦੇ ਨੇ ਇਦਾਂ। ਅਗਲੀ ਗੱਲ ਕਰ ਲਈਏ ਭਾਜਪਾ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਟੀਮ ਦਾ ਐਲਾਨ। ਹੁਣ ਇੰਨੀਆਂ ਜਿਹੜੀਆਂ ਮਿੰਟੂ ਜੀ ਦੇਖ ਰਹੇ ਹਾਂ, ਸੋ ਬੀਤੇ ਦਿਨਾਂ 'ਚ ਇੱਕ ਮਾੜੀ ਜੀ ਖਬਰ ਸੁਣੀ ਸੀ ਵੀ ਆਖੇ ਕਿਤੇ ਚੋਣਾਂ ਹੋਣਗੀਆਂ ਨਹੀਂ, ਪਰ ਲੱਗਦਾ ਨਹੀਂ ਵੀ ਉਹ ਗੱਲ ਦੇ ਵਿੱਚ ਕੋਈ ਸੱਚਾਈ ਰਹੀ ਆ ਹੁਣ। हाँ जी, नहीं 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 ਉਹਦੇ ਚ ਕੋਈ ਸੱਚਾਈ ਹੈ ਹੀ ਨਹੀਂ ਸੀ। ਆਪਾਂ ਗੱਲ ਵੀ ਕੀਤੀ ਸੀਗੀ ਸ਼ਾਇਦ ਕਿ ਜਿਹੜੀਆਂ ਈਵੀਐਮ ਮਸ਼ੀਨਾਂ ਹੁੰਦੀਆਂ ਨੇ 15 ਦਿਨ ਨਹੀਂ ਸੌਰੀ 45 ਦਿਨ ਨਿਗਰਾਨੀ ਵਿੱਚ ਹੁੰਦੀਆਂ ਨੇ, ਤੇ ਐਤਕੀ ਕੋਵਿਡ-19 ਦੀ ਸੈਕੰਡ ਵੇਵ ਕਰਕੇ ਸੁਪਰੀਮ ਕੋਰਟ ਨੇ ਉਹ ਵਕਫਾ ਅਣਮਿੱਥਾ ਕਰ ਦਿੱਤਾ ਸੀਗਾ। ਸੋ ਲਿਹਾਜ਼ਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਸੁਪਰੀਮ ਕੋਰਟ ਕੋਲ ਗਿਆ ਸੀ ਇਹ ਦਰਖਾਸਤ ਲੈ ਕੇ ਕਿ ਉਹ ਜਿਹੜਾ ਅਣਮਿੱਥਿਆ ਵਕਤ ਆ ਉਹ ਸਾਨੂੰ ਵਕਤ ਪਾ ਦੇਗਾ, ਇਸ ਕਰਕੇ ਉਹਨੂੰ ਭਾਈ ਤੁਸੀਂ ਤੋੜ ਦਿਓ। ਤਾਂ ਸੁਪਰੀਮ ਕੋਰਟ ਤੁਰੰਤ ਰਾਜੀ ਹੋ ਗਿਆ ਸੀ। ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ ਕੱਲ ਸ਼ਾਮ ਮੇਰੇ ਖਿਆਲ ਦੇ ਨਾਲ ਇਹ ਜਾਣਕਾਰੀ ਆਈ ਸੀਗੀ ਕਿ 46,000 ਈਵੀਐਮ ਆਪਣੇ ਪੰਜਾਬ 'ਚ ਪਹੁੰਚ ਚੁੱਕੀ ਆ। ਅਸਲ ਦੇ ਵਿੱਚ ਇਹ ਸਾਡੇ ਮੀਡੀਆ ਦਾ ਦੋਸ਼ ਆ, ਇਹ ਸਾਡਾ ਦੋਸ਼ ਆ ਕਿ ਅਸੀਂ ਸਹੀ ਇਨਫੋਰਮੇਸ਼ਨ ਜਿਹੜੀ ਹੈ ਪ੍ਰੋਵਾਈਡ ਨਹੀਂ ਕਰਵਾਉਂਦੇ ਆਪਣੇ ਸਰੋਤਿਆਂ ਨੂੰ, ਆਪਣੇ ਦਰਸ਼ਕਾਂ ਨੂੰ। ਉਹ ਸਾਡੀ ਜਾਣਕਾਰੀ ਅੱਗੇ ਸ਼ੇਅਰ ਕਰੀ ਜਾਂਦੇ ਆ, ਤਾਂ ਇਹਦਾ ਮਤਲਬ ਇਹ ਹੈ ਕਿ ਸਾਡੇ 'ਚ ਨੁਕਸ ਆ, ਸਾਡੇ ਸਰੋਤਿਆਂ 'ਚ, ਸਾਡੇ ਦਰਸ਼ਕਾਂ 'ਚ, ਸਾਡੇ ਸੁਣਨ ਵਾਲਿਆਂ 'ਚ ਨੁਕਸ ਨਹੀਂ ਹੈ। ਕਿਉਂਕਿ ਸਾਨੂੰ ਬੇਸਿਕ ਚੀਜ਼ ਦੱਸਣੀ ਚਾਹੀਦੀ ਹੈ ਨਾ ਕਿ ਇਹ ਕਾਨੂੰਨੀ ਲੜਾਈ ਹੈ ਕਾਹਦੇ ਲਈ, ਉਹ ਦੱਸਣ 'ਚ ਅਸੀਂ ਨਾਕਾਮ ਹੈ। ਇੱਕ ਸੁਰਖੀ ਦੇਤੀ, ਹੁਣ ਦੇਖੋ ਉਤਸੁਕਤਾ ਤੇ ਹੋਈ ਜਾਂਦੀ ਕਿਉਂਕਿ ਮਾਮਲਾ ਪਹਿਲਾਂ ਹੀ ਸ਼ੱਕੀ ਹੈ, ਕੇਂਦਰ ਨਾਲ ਟੱਕਰਬਾਜ਼ੀ ਚੱਲ ਰਹੀ ਹੈ ਕਿਸਾਨੀ ਸੰਘਰਸ਼ ਕਰਕੇ। ਖੈਰ ਹੁਣ ਦੇਖੋ ਇਹਨਾਂ ਨੇ ਜਿਹੜੀ ਟੀਮ ਐਲਾਨੀ ਆ ਉਹ ਆਪਾਂ ਦੇਖ ਲਈਏ, ਉਹਦੇ ਵਿੱਚ ਕਿਹੜੇ ਕਿਹੜੇ ਚਿਹਰੇ ਆ। ਗਜਿੰਦਰ ਸਿੰਘ ਸ਼ੇਖਾਵਤ ਇਹਨਾਂ ਨੂੰ ਚੋਣ ਇੰਚਾਰਜ ਬਣਾਇਆ ਗਿਆ ਜੀ। ਇਹ ਕੌਣ ਨੇ ਸ਼ੇਖਾਵਤ ਸਾਹਿਬ? ਤੁਸੀਂ ਅਕਸਰ ਸੁਣਿਆ ਹੋਣਾ ਅਖਬਾਰਾਂ 'ਚ, ਸੁਰਖੀਆਂ 'ਚ, ਖਬਰਾਂ ਦੇ ਵਿੱਚ। ਇਹ ਨੇ ਜਲ ਸ਼ਕਤੀ ਮੰਤਰਾਲਾ ਜਿਹੜਾ ਉਹਦਾ ਮੰਤਰੀ ਜੋ ਕਹਿ ਲਈਏ ਚਿਹਰਾ ਸ਼ੇਖਾਵਤ ਸਾਹਿਬ। ਇਹ ਨੇ ਰਾਜਸਥਾਨ ਤੋਂ। ਸਾਡਾ ਪਾਣੀ ਵਾਲਾ ਟਸਲਬਾਜ਼ੀ ਦਾ ਕੰਮ ਜਿਹੜਾ ਹੈ ਉਹ ਤੁਹਾਨੂੰ ਪਤਾ ਹੀ ਹੈ। ਦੂਜਾ ਇੱਕ ਹਰਦੀਪ ਸਿੰਘ ਪੁਰੀ ਅਸਿਸਟ ਕਰਨਗੇ, ਚਿਹਰਾ ਵੱਡਾ ਹੈ। ਮੀਨਾਕਸ਼ੀ ਲੇਖੀ ਬਹੁਤ ਵੱਡਾ ਚਿਹਰਾ, ਇਹ ਬੀਬੀ ਵਕੀਲ ਹੈ ਤੇ ਮੈਂਬਰ ਪਾਰਲੀਮੈਂਟ ਹੈ ਪਰ ਮੂਲ ਤੌਰ ਤੇ ਆਪਣੀ ਪੰਜਾਬ। ਤੇ ਤੀਸਰੇ ਆ ਵਿਨੋਦ ਚਾਵੜਾ। ਇਹ ਥੋੜੇ ਜਿਹੇ ਆਪਣੇ ਪੰਜਾਬੀਆਂ ਵਾਸਤੇ ਕਹਿ ਲਓ ਕਿ ਅਣਜਾਣ ਚਿਹਰੇ ਆ, ਪਰ ਬਾਕੀ ਤਿੰਨੇ ਚਿਹਰੇ ਬਹੁਤ ਚੰਗੀ ਤਰ੍ਹਾਂ ਪੰਜਾਬ ਨੂੰ ਸਮਝਦੇ ਆ, ਜਾਣਦੇ ਆ, ਔਰ ਇਸ ਤੋਂ ਇਲਾਵਾ ਪੰਜਾਬੀ ਵੀ ਜਾਣਦੇ ਆ। ਹਰਦੀਪ ਪੁਰੀ ਤੇ ਚੰਗੀ ਤਰ੍ਹਾਂ ਪੰਜਾਬੀਆਂ ਨੂੰ ਜਾਣਦੇ ਆ। ਵੈਸੇ ਨਾ ਹੁਣ ਤੇ ਕਈ ਭਾਜਪਾ ਚੋਂ ਨਾ ਜਿੰਨਾ ਤਾਂ ਦਾ ਨਹੀਂ ਲੱਗਦਾ ਉਹ ਕਹਿੰਦੇ ਅੰਮ੍ਰਿਤਸਰ ਤੋਂ ਟਿਕਟ ਲੈ ਦਿਓ, ਕੋਈ ਨਹੀਂ, ਹਾਰਨਾ ਹੀ ਹੈ, ਪਰ ਹਾਰ ਕੇ ਘੱਟੋ ਘੱਟ ਕੇਂਦਰ ਦੇ ਵਿੱਚ ਪਹੁੰਚਾ ਦਿੰਦੇ ਅੰਮ੍ਰਿਤਸਰ ਜੀ। ਖੈਰ ਹੁਣ ਦੇਖੋ ਇਸ ਟੀਮ ਤੇ ਆਪਾਂ ਰਹਿੰਦੇ ਹਾਂ, ਹਾਲਾਂਕਿ ਚੇਂਜ ਤੇ ਉਹਨਾਂ ਨੇ ਉੱਤਰਾਖੰਡ 'ਚ ਵੀ ਕਰਨਾ, ਉੱਤਰ ਪ੍ਰਦੇਸ਼ 'ਚ ਵੀ ਕਰਨਗੇ, ਇਸ ਸਾਰੇ ਰੀਜ਼ਨ ਦੇ ਵਿੱਚ ਕਰਨਗੇ ਪਰੰਤੂ ਆਪਾਂ ਇਹ ਹੁਣ ਜਿਹੜਾ ਚਿਹਰਾ ਹੈ ਤੁਹਾਡੇ ਸਾਹਮਣੇ ਰੱਖੇ ਆਪਾਂ, ਸ਼ੇਖਾਵਤ ਹੋਏ, ਪੁਰੀ ਸਾਹਿਬ ਹੋਏ, ਲੇਖੀ ਜੀ ਹੋਏ, ਵਿਨੋਦ ਚਾਵੜਾ ਜੀ ਹੋਏ, ਪਰ ਇਸ ਤੋਂ ਇਲਾਵਾ ਇੱਕ ਚਿਹਰਾ ਅਸੀਂ ਬਹੁਤਾ ਜ਼ਿਆਦਾ ਨਾ ਉਹਦੇ ਤੇ ਫੋਕਸ ਨਹੀਂ ਕੀਤਾ। ਇੱਕ ਚਿਹਰਾ ਪੁਰੋਹਿਤ ਜੀ ਆਏ ਨੇ, ਸਾਡੇ ਗਵਰਨਰ। ਤੁਸੀਂ ਇੱਕ ਚੀਜ਼ ਨੋਟ ਕੀਤੀ, ਉਹ ਕਿੱਥੋਂ ਆਏ ਨੇ? ਤਮਿਲਨਾਡੂ ਤੋਂ, ਟੀਐਨ ਤੋਂ। ਤਮਿਲਨਾਡੂ ਕਿੱਥੇ ਆ? 2500 ਕਿਲੋਮੀਟਰ ਦੂਰ, ਸਾਤੋਂ ਦੂਸਰੀ ਦਿਸ਼ਾ ਵੱਲ। ਅੱਛਾ, ਚਾਰਜ ਕੀ ਹੈ ਉਹਨਾਂ ਦੇ ਕੋਲ? ਐਡੀਸ਼ਨਲ ਚਾਰਜ। ਆਮ ਤੌਰ ਤੇ ਰਵਾਇਤ ਆ ਪੰਜਾਬ ਦਾ ਜੇ ਕੋਈ ਗਵਰਨਰ ਹੈ, ਹਰਿਆਣੇ ਦਾ ਐਡੀਸ਼ਨਲ ਚਾਰਜ ਕੁਛ ਦਿਨਾਂ ਵਾਸਤੇ, ਹਿਮਾਚਲ ਦਾ, ਪੰਜਾਬ ਦਾ। ਆਪਾਂ ਉਹ ਵੀ ਵੇਖਿਆ ਨਾ ਦੌਰ ਬਦਨੌਰ ਸਾਹਿਬ ਤੋਂ ਪਹਿਲਾਂ ਜਿਹੜੇ ਰਾਜਪਾਲ ਸੀਗੇ ਕਿ ਇੱਕ ਵਾਰੀ ਪੰਜਾਬ ਤੇ ਹਰਿਆਣੇ ਦਾ ਇਕੱਠਾ ਹੀ ਚਾਰਜ ਸੀ ਉਹਨਾਂ ਕੋਲ, ਤੇ ਉਹਨਾਂ ਦੀ ਅਸੈਂਬਲੀ 'ਚ ਇੱਕੋ ਦਿਨ ਸੀਗੇ ਇਜਲਾਸ ਹੈ, ਉਹਨਾਂ ਦੀ ਅਸੈਂਬਲੀ 'ਚ ਉਹਨਾਂ ਨੂੰ ਭਾਸ਼ਣ ਪੜ੍ਹਨਾ ਪਿਆ ਸੀ ਕਿ ਇੱਕ ਇੱਕ ਬੂੰਦ ਪਾਣੀ ਪੰਜਾਬ ਤੋਂ ਲੈ ਕੇ ਛੱਡਾਂਗੇ। ਤੇ ਫਿਰ ਕੁਛ ਅੱਧੇ ਘੰਟੇ ਬਾਅਦ ਪੰਜਾਬ ਦੀ ਅਸੈਂਬਲੀ 'ਚ ਬੋਲਣਾ ਪਿਆ ਕਿ ਇੱਕ ਬੂੰਦ ਵੀ ਅਸੀਂ ਪਾਣੀ ਦੀ ਨਹੀਂ ਦਿਆਂਗੇ। ਮਤਲਬ ਕਿ ਆਮ ਤੌਰ ਤੇ ਰਵਾਇਤ ਹੈ, ਪਰ ਪੁਰੋਹਿਤ ਜੀ ਨੂੰ ਇੰਨੀ ਦੂਰ ਤੋਂ ਐਡੀਸ਼ਨਲ ਚਾਰਜ ਦੇਣਾ ਇਹ ਵਾਕਿਆ ਥੋੜਾ ਜਿਹਾ ਨਾ ਹੈਰਾਨ ਕਰਦਾ, ਸ਼ਸ਼ੋ ਪੰਚ ਪਾਉਂਦਾ, ਕਿਉਂਕਿ ਬਹੁਤ ਸਖਤ ਮਿਜ਼ਾਜ ਤੇ ਬੜੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬੁੱਧੀਜੀਵੀ ਸਮਝੇ ਜਾਂਦੇ ਆ ਭਾਜਪਾ ਦੇ ਵਿੱਚ ਜਾਂ RSS ਦੇ ਵਿੱਚ। ਆਹ ਉਹਨਾਂ ਦਾ ਰੁਤਬਾ ਹੈ, ਸਖਤ ਫੈਸਲੇ ਲੈਣ ਲਈ ਉਹਨਾਂ ਨੂੰ ਜਾਣਿਆ ਜਾਂਦਾ ਹੈ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਹੁਣ ਤੁਸੀਂ ਇੱਧਰਲੇ ਪਾਸੇ ਤੋਂ ਜੋੜ ਸਕਦੇ ਹੋ ਕਿ ਇੱਕ ਵੇਲਾ ਐਸਾ ਹੈ ਕਿ ਜਦੋਂ ਭਾਜਪਾ ਲਈ ਕੰਪੇਨ ਸੁਖਾਲੀ ਨਹੀਂ ਹੋਏਗੀ, ਸੀਟਾਂ ਜਿੱਤਣੀਆਂ ਉਹਦੇ ਬਾਅਦ ਦੀ ਗੱਲ ਹੈ,
परंतु चेहरे ਜਿਹੜੇ ਦਿੱਤੇ ਜਾ ਰਹੇ ਆ, ਵੱਡੇ ਚਿਹਰੇ ਦਿੱਤੇ ਜਾ ਰਹੇ ਆ, ਇਹਦਾ ਮਤਲਬ ਇਹ ਆ ਕਿ ਕੁਝ ਵੱਡਾ ਸੋਚਿਆ ਜਾ ਰਿਹਾ। ਜਿਵੇਂ ਆਪਾਂ ਇੱਕ ਚੀਜ਼ ਸੋਚ ਕੇ ਚੱਲਦੇ ਆ ਕਿ ਜਿੱਥੇ ਹਿੰਦੂ ਦਲਿਤ ਵੋਟ ਰਲਾ ਕੇ 50-60% ਤੱਕ ਬਣਦੀ ਹੈ ਜਿਸ ਸੀਟ ਤੇ ਵੀ, ਭਾਜਪਾ ਸ਼ਾਇਦ ਉੱਥੇ ਹੀ ਅਸਲ ਖੇਡ ਕਰੇਗੀ। ਖੇਲਾ ਹੋਵੇ ਚਲੋ ਤਾਂ ਬਾਅਦ ਦੇ ਵਿੱਚ ਹੋਵੇ, ਪਰ ਕੁਝ ਐਸਾ ਹੀ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਸੋਚ ਰੱਖ ਕੇ ਖੇਡ ਖੇਡਣ ਦੇ ਰੌਂ ਦੇ ਵਿੱਚ ਹੈ, ਜਿਹੜੇ ਚਿਹਰੇ ਦਿੱਤੇ ਹੈ ਨਾ। ਜੀ ਜੀ, ਦੇਖੋ ਕਿੰਨਾ ਕੁ ਇਹਨਾਂ ਦੇ ਪੈਰ ਜਿਹੜੇ ਇੱਥੇ ਲੱਗਦੇ ਨੇ। ਸਿੱਧੂ ਕੈਪਟਨ ਦਾ ਵਿਵਾਦ ਕਾਂਗਰਸ ਲਈ ਚੰਗਾ, ਹਰੀਸ਼ ਰਾਵਤ ਦਾ ਵੱਖਰਾ ਗਣਿਤ। ਹਾਂਜੀ, ਗੱਲ ਇਹ ਆ ਕਿ ਆਂਦੇ ਹੁੰਦੇ ਆ ਨਾ ਕਿ ਜੋ ਪੜ੍ਹਾਈਆਂ ਕਰਮ ਦਾ ਸੰਪਾਦਨ ਕਰਦੀਆਂ ਨੇ ਉਹਨਾਂ ਦਾ ਹੀ ਫਲ ਦ੍ਰਿਸ਼ਟੀ ਗੋਚਰ ਹੁੰਦਾ ਹੈ। ਤੇ ਭਾਈ ਹੈ ਹੀ ਆ, ਉਹ ਜੈਸਾ ਸੋਚਦੇ ਨੇ, ਜੈਸੀ ਉਹਨਾਂ ਦੀ ਪੜ੍ਹਾਈ ਹੈ, ਜੈਸਾ ਤਜਰਬਾ ਹੈ, ਉਹਦੇ ਮੁਤਾਬਕ ਕੀ ਕੈਲਕੂਲੇਸ਼ਨ ਕਹਿੰਦੀ ਹੈ ਉਹਨਾਂ ਦੀ। ਉਹ ਕਹਿੰਦੇ ਨੇ ਕਿ ਦੇਖੋ ਇਹ ਸਾਡੇ ਵਾਸਤੇ ਚੰਗਾ ਹੋਏਗਾ ਜੇ ਇਹਨਾਂ ਦੀ ਅੜਫਸੀ ਇਸ ਤਰ੍ਹਾਂ ਹੀ ਰਹੇਗੀ, ਅਮਰਿੰਦਰ ਸਿੰਘ ਦੀ ਤੇ ਨਵਜੋਤ ਸਿੰਘ ਦੀ, ਜੇ ਇਸੇ ਤਰ੍ਹਾਂ ਹੀ ਚੱਲੇਗੀ ਤੇ ਉਹਦੇ 'ਚ ਵੀ ਸਾਨੂੰ ਲਾਹਾ ਹੀ ਆ ਕਿ ਉਹਦੀ ਵੋਟ ਜਿਹੜੀ ਵਿਰੋਧੀ ਵੋਟ ਹੈ ਉਹਨੂੰ ਪੈ ਜਾਏਗੀ ਤੇ ਉਹਦੀ ਵਿਰੋਧੀ ਵੋਟ ਜਿਹੜੀ ਉਹਨੂੰ ਦੂਜੇ ਪਾਸੇ ਪੈ ਜਾਏਗੀ। ਇਹਦਾ ਮਤਲਬ ਇਹ ਆ ਕਿ ਵੋਟ ਕਾਂਗਰਸ ਦੇ ਵਿੱਚ ਹੀ ਰਹੇਗੀ। ਮਤਲਬ ਜਿਹੜੀ ਸਿੱਧੂ ਦੇ ਉਲਟ ਵੋਟ ਹੈ ਉਹ ਕੈਪਟਨ ਨੂੰ ਚੱਲ ਜਾਏਗੀ, ਕੈਪਟਨ ਦੇ ਉਲਟ ਵੋਟ ਹੈ ਜਿਹੜੀ ਉਹ ਸਿੱਧੂ ਨੂੰ ਚੱਲ ਜਾਏਗੀ, ਰਹੇਗੀ। ਮਤਲਬ ਕਿ ਘਰ ਦੀ ਕੰਧ ਤੇ ਘਰ 'ਚ ਹੀ ਡਿੱਗੀ ਨਾ। ਹੱਦ ਹੋ ਗਈ ਆ। ਮੈਂ ਕਿਹਾ ਤੁਹਾਨੂੰ ਕਾਂਗਰਸੀਆਂ ਦਾ, ਪੰਜਾਬੀ ਕਾਂਗਰਸੀਆਂ ਦਾ ਇਤਿਹਾਸ ਨਹੀਂ ਪਤਾ, ਔਰ ਵੈਸੇ ਵੀ ਸਾਡੇ ਪੰਜਾਬੀਆਂ ਦਾ ਸੁਭਾਅ ਨਹੀਂ ਪਤਾ। ਤੁਹਾਨੂੰ ਯਾਰੀ ਜੱਟ ਦੀ ਤੂਤ ਦਾ ਮੋਚਾ ਤੇ ਵੈਰੀ ਤਾਂ ਫਿਰ ਜਦੋਂ ਵੈਰ ਕਮਾਉਂਦੇ ਨੇ ਇੱਕ ਦੂਜੇ ਨਾਲ ਸ਼ਰੀਕੇਬਾਜ਼ੀ ਕਰਦੇ ਆ, ਫਿਰ ਕੋਈ ਦੇਵਤਾ ਵੀ ਪ੍ਰਗਟ ਹੋ ਜਾਵੇ ਨਾ ਤੇ ਉਹ ਕਵੇ ਕਿ ਮੰਗ, ਤੇ ਕਹਿ ਦਿੰਦੇ ਕਿ ਦੇ ਵਰਦਾਨ, ਪਰ ਉਹ ਸ਼ਰਤ ਰੱਖ ਦੇਵੇ ਕਿ ਦੋ ਦੂਜੇ ਦੇ ਘਰੇ ਦੇਊਂਗਾ ਉਹੀ ਚੀਜ਼ਾਂ। ਫਿਰ ਇਹ ਕਹਿ ਕਿ ਇੱਕ ਆਖੀ ਕੱਢ ਲਾ ਭਰਾਵਾ, ਉਹਦੀਆਂ ਦੋ ਨਹੀਂ ਬਚਣੀਆਂ ਚਾਹੀਦੀਆਂ, ਅਸੀਂ ਇੱਕ ਨਾਲ ਹੀ ਇੱਕ ਲੈਟ ਨਾਲ ਹੀ ਸਾਰ ਲਵਾਂਗੇ। ਸੋ ਇਹ ਸਿਆਸੀ ਅਦਾਵਤ ਇਹੋ ਜਿਹੀ ਹੁੰਦੀ ਹੈ ਇਹਨਾਂ ਦੀ ਕਿ ਇੱਕ ਅੱਖ ਗਵਾ ਕੇ ਦੂਜੇ ਦੀਆਂ ਦੋ ਨਹੀਂ ਛੱਡਣੀਆਂ। तो ऐसे स्वभाव तो, ऐसी प्रवृत्ति तो शायद वाकफ नहीं, ते ऐसा होया। और असी तो इत्थों तक भी अकालियां दे मूहों सुनिया ऑफ दी रिकॉर्ड कि साडे अलायंस पार्टनर अखीरले इलैक्शन दे विच ते सानू पूरी तरह ही धोखा दे गए सी शहरां 'च। तो ऐसा हुंदा है पंजाब दी राजनीति 'च, ऐसा हुंदा। कांग्रसियां दीयां जड़ां वड्डदे कई बार देखे गए, कई बारी कामयाब होए, कई बारी नाकामयाब होए, सारियां चीज़ां चलदियां ने। सो ये कैलकुलेशन जिहड़ी है वो हरीश रावत दी अज वाकई इस गंभीर माहौल नूं जो किसानी संघर्ष नूं लैके बनया होया, इस गंभीर माहौल नूं थोड़ा रौचक बना गई, दिलचस्प बना गई, थोड़ा फनी भी बना गई। ਵਾਕਿਆ ਹੀ ਉਹ ਵੀ ਸੋਚਦੇ ਹੋਣੇ, ਪਰ ਕਾਂਗਰਸ ਦਾ ਕਿਤੇ ਬੇੜਾ ਗਰਕ ਵੀ ਤਾਂ ਹੀ ਹੋ ਰਿਹਾ ਵੀ ਜਿੱਥੇ ਸੋਚ ਵਾਲੀ ਐਡਵਾਈਜ਼ਰ ਹੀ ਉਹਨਾਂ ਦੇ ਇੱਦਾਂ ਦੇ ਜਿੱਥੇ ਲੱਗੇ ਹੋਏ ਆ। ਜ਼ਮਾਨਤ ਤੇ ਆਏ ਨਸ਼ਾ ਤਸਕਰ ਨੇ ਬਣਵਾਏ 5 ਫਰਜ਼ੀ ਪਾਸਪੋਰਟ, ਆਮ ਲੋਕਾਂ ਦਾ ਇੱਕ ਨਹੀਂ ਬਣਦਾ। ਹਾਂਜੀ ਹਾਂਜੀ, ਵੇਖੋ ਗੱਲ ਇਹ ਆ ਨਾ ਕਿ ਜਦੋਂ ਇੱਥੇ ਮੋਗਾ ਦੇ ਵਿੱਚ ਪਾਸਪੋਰਟ ਕਾਂਡ ਵਾਪਰ ਗਿਆ ਹੋਵੇ ਤੇ ਇੱਕੋ ਪਤੇ ਤੇ ਵੇਖੋ ਕਿੰਨੇ 100 ਪਾਸਪੋਰਟ ਬਣ ਗਏ ਸੀਗੇ ਇੱਕੋ ਐਡਰੈਸ ਤੇ, ਸਾਰਾ ਕੁਛ ਹੀ ਰਲਿਆ ਮਿਲਿਆ ਵਿੱਚ, ਹੌਲਦਾਰ ਵਿੱਚ, ਡਾਕੀਆ, ਸਾਰਾ ਸਿਸਟਮ ਹੀ। ਪਰ ਬਾਅਦ ਦੇ ਵਿੱਚ ਕਿੰਨਾ ਪੁੱਠਾ ਪਿਆ, ਕੁਛ ਲੋਕ ਅੱਜ ਵੀ ਉਸ ਕਾਂਡ ਦਾ ਸ਼ਿਕਾਰ ਨੇ। ਤਾਂ ਅਗਲਾ ਫਿਰ ਇੱਥੋਂ ਥੋੜ੍ਹੀ ਜਿਹੀ ਇੰਸਪੀਰੇਸ਼ਨ ਤਾਂ ਲੈ ਹੀ ਲੈਂਦਾ ਆ ਨਾ ਕਿ ਜੇ ਉੱਥੇ ਸੈਂਕੜੇ ਬਣ ਸਕਦੇ, ਮੈਂ ਕੋਈ ਅੱਧੀ ਕੁ ਦਰਜਨ ਵੀ ਨਹੀਂ ਬਣਾ ਸਕਦਾ ਪਾਸਪੋਰਟ। ਚਲੋ ਵੀਜ਼ੇ ਤੇ ਬਾਅਦ 'ਚ ਲੱਗਣੇ, ਪਾਸਪੋਰਟ ਦੀ ਫੀਲਿੰਗ ਹੀ ਬੜੀ ਹੁੰਦੀ ਆ। ਅਗਲਾ ਕਹਿੰਦਾ ਉਹ ਤੂੰ ਇੱਕ ਲੈ ਕੇ ਤੜਿਆ ਫਿਰਦਾ, ਮੇਰੇ ਕੋਲ ਅੱਧੀ ਦਰਜਨ ਪਾਸਪੋਰਟ ਆ। ਮਾਮਲਾ ਕੀ ਆ ਕਿ ਦਿਲਚਸਪ ਆ ਵੈਸੇ, ਕੋਈ ਬੰਦਾ ਸੀਗਾ, ਇਹ ਫੜਿਆ ਗਿਆ ਸ਼ਾਇਦ 2004 ਦੇ ਵਿੱਚ। ਦੇਖੋ ਇਹਨੂੰ ਸਜ਼ਾ ਹੋ ਗਈ, ਭੁੱਖੀ ਦਾ ਕੇਸ ਸੀ, 90 ਕਿਲੋ ਭੁੱਖੀ ਫੜੀ ਗਈ। ਅੱਛਾ, ਉਸ ਤੋਂ ਬਾਅਦ ਜਦੋਂ ਇਹਨੂੰ ਸਜ਼ਾ ਹੋ ਗਈ, ਸਜ਼ਾ ਕੱਟ ਕੇ ਜਦੋਂ ਬਾਹਰ ਆਇਆ, 2012 ਦਾ ਮਤਲਬ ਕਿ ਸਮਾਂ ਸੀਗਾ ਜਦੋਂ ਜ਼ਮਾਨਤ ਤੇ ਬਾਹਰ ਆ ਗਿਆ। ਕੁਛ ਸਜ਼ਾ ਕੱਟ ਲਈ ਹੋਣੀ ਹੈ, ਕੁਛ ਬਾਹਰ ਆ ਗਿਆ, ਜ਼ਮਾਨਤ ਤੇ ਆ ਗਿਆ। ਤਾਂ ਇਹਨੇ ਕਿਸੇ ਹੋਰ ਪਿੰਡ ਦੇ ਵਾਸੀ ਸੰਦੀਪ ਸਿੰਘ ਢਿੱਲੋਂ ਨਾਂ ਦੀ ਵਰਤੋਂ ਕਰਕੇ, ਮਤਲਬ ਕਿ ਘੁੰਗਰਾਣਾ 'ਚ ਰਹਿਣ ਵਾਲੇ, ਸ਼ਾਇਦ ਇਹਦਾ ਪਿੰਡ ਵੀ ਕੋਈ ਹੋਰ ਸੀਗਾ, ਵੈਸੇ ਵਸਨੀਕ ਉਸ ਟਾਈਮ ਹਾਲਬਾਦ ਜਿਵੇਂ ਕਹਿ ਲਈਏ ਲੁਧਿਆਣੇ ਦਾ ਸੀ। ਤਾਂ ਇਹਨੇ ਸੰਦੀਪ ਸਿੰਘ ਕੋਈ ਘੁੰਗਰਾਣਾ ਪਿੰਡ ਦਾ ਸੀਗਾ, ਉਹਦਾ ਸਾਰਾ ਐਡਰੈਸ ਪਤਾ ਵਰਤ ਕੇ ਪਾਸਪੋਰਟ ਬਣਾਉਣੇ ਚਾਲੂ ਕੀਤੇ ਤੇ ਵੱਖ-ਵੱਖ ਐਡਰੈਸਾਂ ਤੇ ਫਿਰ ਮੁੜ ਕੇ 4 ਪਾਸਪੋਰਟ ਬਣਵਾਏ। ਪਹਿਲਾਂ ਇੱਕ ਸ਼ਾਇਦ ਆਪਦੇ ਕੋਲ ਵੀ ਹੋਏਗਾ, ਯਾਨੀ ਟੋਟਲ ਕਰ ਲਓ ਕਿ ਇਹਦੇ ਕੋਲ 5 ਬਰਾਮਦ ਹੋਏ ਆ
ਤੇ ਦੱਸਦੇ ਆ ਕਿ ਭੱਜਣ ਦੀ ਫਰਾਕ ਦੇ ਵਿੱਚ ਸੀਗਾ, ਜ਼ਮਾਨਤਾਂ ਜੰਪ ਕੀਤੀਆਂ ਵੀਆਂ ਸੀਗੀਆਂ। ਕਿਸੇ ਨੇ ਦੱਸਤਾ ਕਿ ਮਿੱਤਰੋ ਉਡਾਰੀ ਮਾਰ ਜਾਣੀ, 5 ਪਾਸਪੋਰਟ ਲਈ ਫਿਰਦਾ, ਪਤਾ ਨਹੀਂ ਕਿਹੜੀ ਫਲਾਈਟ 'ਚ ਬਹਿ ਜਾਣਾ। ਤਾਂ ਇਸ ਤੋਂ ਪਹਿਲਾਂ ਕਿ ਉਹ ਉਡਾਰੀ ਮਾਰਦਾ ਪੰਛੀ, ਉਹਨਾਂ ਨੇ ਪਿੰਜਰੇ 'ਚ ਪਾ ਲਿਆ। ਹੁਣ ਪਿੰਜਰਾ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਦਾ ਆਉਂਦੇ ਹੁੰਦੇ, ਪਿੰਜਰਾ ਭਾਵੇਂ ਸੋਨੇ ਦਾ ਹੋਵੇ, ਕੈਦ ਕੈਦ ਹੀ ਹੁੰਦੀ ਹੈ, ਅਤੇ ਜਿਹਨੇ ਪਹਿਲਾਂ ਕੱਟੀ ਉਹਨੂੰ ਪਤਾ ਹੀ ਹੁੰਦਾ ਕਿ ਕੈਦ ਕਿੰਨੀ ਮਾੜੀ। ਇਸੇ ਕਰਕੇ ਤੇ ਉਹ ਪੰਜ ਪਾਸਪੋਰਟ ਰੱਖੀ ਫਿਰਦਾ ਕਿ ਨਿਕਲ ਜੀ। ਦੇਖ ਲਓ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੀ ਹੈ ਗੁਰਦਾਸ ਮਾਨ ਦੀ ਮੁਸ਼ਕਿਲ ਵਧੀ ਗੁਰੂ ਸਾਹਿਬ ਦੀ ਤੁਲਨਾ ਕਰਨ ਦੇ ਮਾਮਲੇ ਦੇ ਵਿੱਚ। ਆਈ ਥਿੰਕ ਇਸ ਦੀ ਜ਼ਮਾਨਤ ਅਰਜੀ ਰੱਦ ਹੋਈ ਹੈ। ਹਾਂਜੀ ਦੇਖੋ, ਜ਼ਮਾਨਤ ਦੀ ਅਰਜੀ ਜਿਹੜੀ ਅੱਜ ਲੱਗੀ ਸੀ, ਉੱਥੇ ਕਾਫੀ ਮਾਹੌਲ ਤਣਾਅ ਵਾਲਾ ਹੀ ਸੀਗਾ, ਕਾਫੀ ਇਕੱਠ ਸੀਗਾ, ਕਾਫੀ ਸਿੱਖ ਸੰਗਤ ਜੁੜੀ ਹੋਈ ਸੀਗੀ। ਮਾਮਲਾ ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰ੍ਹਾਂ ਗੁਰਦਾਸ ਮਾਨ ਨੇ ਆਪ ਦਾ ਆਪ ਹੀ ਖਰਾਬ ਕੀਤਾ, ਕਿਸੇ ਨੇ ਨਹੀਂ, ਕਿਸੇ ਨੇ ਕੋਈ ਸੱਦਾ ਨਹੀਂ ਦਿੱਤਾ, ਕਿਸੇ ਨੇ ਕੋਈ ਦਬਾਅ ਨਹੀਂ ਬਣਾਇਆ, ਦਾਬਾ ਨਹੀਂ ਦਿੱਤਾ, ਸਾਰਾ ਕੁਛ ਮਾਨ ਨੇ ਆਪ ਹੀ ਕੀਤਾ। ਔਰ ਉਸ ਉਮਰ ਦੇ ਵਿੱਚ ਕੀਤਾ ਜਦੋਂ ਆਪਾਂ ਕਿਸੇ ਬੰਦੇ ਤੋਂ, ਕਿਸੇ ਵਿਅਕਤੀ ਤੋਂ ਸਿਆਣੀ ਗੱਲ ਦੀ ਉਮੀਦ ਕਰਦੇ ਹਾਂ ਕਿ ਬੰਦਾ ਸਿਆਣੀ ਗੱਲ ਕਰੇਗਾ। ਖੈਰ ਅਣਜਾਣੀ ਗੱਲ ਕੀਤੀ ਆ, ਨਤੀਜੇ ਫਿਰ ਭੁਗਤ, ਨਤੀਜੇ ਮਖਸੂਸ ਬੁਰੀਆ, ਗਲਤ ਜਗ੍ਹਾ ਤੇ ਜਿਹਨੇ ਲਾਈ ਆ, ਕਿਉਂਕਿ ਇਹ ਕਹਿੰਦਾ ਕਿ ਸਾਡੀ ਜਿੱਥੇ ਲੱਗੀ ਹੈ ਤੇ ਲੱਗੀ ਰਹਿਣ ਦੇ, ਮਿਹਣਾ ਨੂੰ ਟਕਾ ਕੇ ਮਾਰਦਾ ਮਾਨ ਗੀਤਾਂ ਦੇ ਵਿੱਚ। ਖੈਰ ਤਾਂ ਦੇਖੋ ਉੱਥੇ ਫਿਰ ਸੁਣਵਾਈ ਹੋਈ, ਉਹਨਾਂ ਨੇ ਜ਼ਮਾਨਤ ਤੇ ਨਹੀਂ ਦਿੱਤੀ। ਤੇ ਇਹਦਾ ਮਤਲਬ ਇਹ ਹੈ ਕਿ ਹੁਣ ਇਹਨਾਂ ਨੂੰ ਅਪਰ ਕੋਰਟ ਦੇ ਵਿੱਚ ਜਾਣਾ ਪਏਗਾ, ਜਾਂ ਹੋ ਸਕਦਾ ਹਾਈ ਕੋਰਟ 'ਚ ਜ਼ਮਾਨਤ ਤੇ ਮਿਲ ਜਾਏਗੀ। ਪਰ ਮੈਂ ਜਿਵੇਂ ਤੁਹਾਨੂੰ ਕਿਹਾ ਸੀਗਾ, ਕੇਸ ਤੇ ਕੋਈ ਵੱਡਾ ਨਹੀਂ ਹੁੰਦਾ 295 ਦਾ, ਪੱਤਰਕਾਰਾਂ ਤੇ ਵੀ ਲੱਗ ਜਾਂਦਾ, ਲੇਖਕਾਂ ਤੇ ਵੀ ਲੱਗ ਜਾਂਦਾ, ਸਿੰਗਰਾਂ ਤੇ ਵੀ ਲੱਗ ਜਾਂਦਾ। ਇੱਕ ਮੁੰਡਾ ਜਿਹੜਾ ਮਾਨਸੇ ਵਾਲਾ, ਉਹਨੇ ਤੇ 295 ਟਾਈਟਲ ਰੱਖ ਕੇ ਗਾਣਾ ਹੀ ਗਾਤਾ ਜੀ। ਹਾਂਜੀ, ਉਹ ਕੋਈ ਵੱਡੀ ਗੱਲ ਨਹੀਂ ਹੈ। 295 ਕੇਸ ਪੱਤਰਕਾਰਾਂ ਤੇ ਵੀ ਪਏ ਨੇ। ਜਿਹੜੇ ਕੁਛ ਧਾਰਮਿਕ ਮਾਮਲੇ ਹੁੰਦੇ, ਵਿਵਾਦ, ਉਹਨਾਂ ਤੇ ਵੀ ਕੋਈ ਇੱਕ ਦੂਜੇ ਦੇ ਖਿਲਾਫ ਵਿਚਾਰ ਪ੍ਰਗਟਾ ਦੇਵੇ ਤਾਂ ਉਹ ਵੀ ਦਰਜ ਕਰਾ ਦਿੱਤੇ ਜਾਂਦੇ ਆ। ਇਹ ਤਾਂ ਆਮ ਹੋ ਗਿਆ ਹੁਣ। ਜੇ ਦੇਖੀਏ ਤਾਂ ਸਿਆਸਤਦਾਨ ਵੀ ਕਈ ਵਾਰ 295 ਦਾ ਇਸਤੇਮਾਲ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਪਰੰਤੂ ਮੈਂ ਇੱਕ ਜ਼ਿਕਰ ਕੀਤਾ ਸੀਗਾ, ਸ਼ਾਇਦ ਤੁਹਾਨੂੰ ਯਾਦ ਹੋਏਗਾ, ਜਿਸ ਦਿਨ ਇਹ ਮਾਮਲਾ ਦਰਜ ਹੋਇਆ ਸੀਗਾ, ਕਿ ਮਾਮਲਾ ਇਹ ਮਾਮੂਲੀ ਹੈ, ਪਰ ਗੁਰਦਾਸ ਮਾਨ ਵਰਗੇ ਬੰਦੇ ਲਈ ਇਹ ਗੈਰ ਮਾਮੂਲੀ ਹੈ। ਗੈਰ ਮਾਮੂਲੀ ਵੀ ਮਾਮਲਾ ਅਦਾਲਤ ਦਾ ਕਈ ਵਾਰ ਸੂਲੀ ਬਣ ਜਾਂਦਾ ਹੈ। ਆਂਧਰਾ ਪ੍ਰਦੇਸ਼ ਦੇ ਵਿੱਚ 3 IS ਨੂੰ 10 ਦਿਨ ਦੀ ਕੈਦ ਸੁਣਾ ਦਿੱਤੀ ਲੋਅਰ ਕੋਰਟ ਨੇ। ਹੁਣ ਵੇਖੋ 10 ਦਿਨ ਦੀ ਕੈਦ ਹੈ, ਆਪਾਂ ਕਹਾਂਗੇ 10 ਦਿਨ ਅਗਲਾ, ਉੱਥੇ 10 ਦਿਨ ਤਾਂ ਬੰਦਾ ਕਿਤੇ ਹਸਪਤਾਲ 'ਚ ਪੈ ਜੇ, ਬਿਮਾਰ ਹੋ ਜੇ, ਤੇ ਉੱਥੇ ਬੈੱਡ ਤੇ ਕੱਟਣੇ ਪੈਂਦੇ ਆ। ਪਰ ਨਹੀਂ, ਕੈਦ ਕੈਦ ਹੈ। ਉਹ ਹੁਣ ਉਤਲੀਆਂ ਅਦਾਲਤਾਂ 'ਚ ਤੁਰੇ ਫਿਰਨਗੇ। ਉਸ ਕੈਦ ਨੂੰ ਤੁੜਵਾਉਣ ਵਾਸਤੇ ਕੈਦ ਉਹਨਾਂ ਦੀਆਂ ਫਾਈਲਾਂ 'ਚ ਹੀ ਬੋਲਦੀ ਜਾਏਗੀ। ਉਸੇ ਤਰ੍ਹਾਂ ਇਹ ਕੇਸ ਜਿਹੜੇ ਹੁੰਦੇ ਆ, ਪਹਿਲਾਂ ਤਾਂ ਜ਼ਮਾਨਤ ਹਾਸਲ ਕਰ, ਅੱਡੀਆਂ ਘਸਾ, ਫਿਰ ਉਸ ਤੋਂ ਬਾਅਦ ਕਿਤੇ ਵੀ ਬਾਹਰ ਅੰਦਰ ਜਾਣਾ ਹੈ, ਪਹਿਲਾਂ ਅਦਾਲਤ ਤੋਂ ਪਰਮਿਸ਼ਨ ਲਵੋ। ਤੇ ਅਦਾਲਤ ਤੇ ਸੁਖਬੀਰ ਸਿੰਘ ਬਾਦਲ ਵਰਗਿਆਂ ਨੂੰ ਕਹਿ ਦਿੰਦੀ ਹੈ ਕਿ ਆਣ ਮਿਲੋ ਸੱਜਣੋ, ਆ ਜਾਓ, ਹਾਜ਼ਰ ਹੋ ਜਾਓ, ਅਦਾਲਤ ਅੱਗੇ ਕੋਈ ਜ਼ੋਰ ਨਹੀਂ ਹੁੰਦਾ। ਜੀ ਜੀ, ਬਿਲਕੁਲ ਜੀ। ਤਾਂ ਹੀ ਤਾਂ ਕਹਿੰਦੇ ਵੀ ਬੋਲਣ ਤੋਂ ਪਹਿਲਾਂ ਤੋਲਣਾ ਜਿਹੜਾ ਉਹ ਚਾਹੀਦਾ ਆ। ਆਪ ਹੀ ਤੇ ਨੇ ਕਿਹਾ ਸੀ, ਬੋਲਣ ਨਾਲੋਂ ਚੁੱਪ ਚਗੇਰੀ, ਚੁੱਪ ਦੇ ਨਾਲੋਂ ਪਰਦਾ, ਜੇ ਨਾ ਮਨਸੂਰ ਬੋਲਦਾ ਤੇ ਸੂਲੀ ਕਾਹਨੂੰ ਚੜ੍ਹਦਾ। ਹੁਣ ਆਪਣੀ ਨਾਂ ਬਦਲ ਦੇਵੇ ਉਹਦੇ ਮਨਸੂਰ ਦੀ ਥਾਂ ਤੇ। ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਧੰਨਵਾਦ ਜੀ। ਮਿਲਦੇ ਹਾਂ ਜੀ ਕੱਲ੍ਹ ਨੂੰ ਫੇਰ। ਤੇ ਬਹੁਤ ਸ਼ੁਕਰੀਆ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਦੇ ਸਰੋਤੇ, ਇੱਥੇ ਸਾਡਾ ਇਹਦਾ ਪ੍ਰੋਗਰਾਮ ਹੁਣ ਸਮਾਪਤ ਆ। ਅਗਲੀ ਵਾਰ ਤੱਕ ਲਈ ਇਜਾਜ਼ਤ ਹੈ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।